ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀ ਜੋੜਨ ਲਈ ਅੰਗ ਨੰਬਰ 36 ਆਖਰੀ ਪੰਕਤੀ ਹੈ। ਅੰਗ ਨੰਬਰ 36 ਦੀ ਆਖਰੀ ਪੰਕਤੀ ਹੈ। ਸ਼੍ਰੀ ਰਾਗ ਮਹਿਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਾਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਪਰਮਾਤਮਾ ਗੁਣਵਾਨ ਨੂੰ ਮਿਲਦਾ ਹੈ, ਅਗੁਣਿਆਰਾਂ ਨੂੰ ਨਹੀਂ ਮਿਲਦਾ। ਗੁਣਵੰਤੀ ਗੁਣਾਂ ਦੀ ਮਾਲਕ, ਜਿਹਦੇ ਕੋਲ ਗੁਣ ਹਨ, ਉਹਨੇ ਅੰਦਰੋਂ ਤ੍ਰਿਸ਼ਨਾ ਛੱਡ ਦਿੱਤੀ ਹੁੰਦੀ ਹੈ। ਤ੍ਰਿਸ਼ਨਾ ਕਰਕੇ ਹੀ ਅੰਦਰ ਬੁਰਾਈਆਂ ਪੈਦਾ ਹੁੰਦੀਆਂ ਨੇ, ਇਸ ਲਈ ਉਹ ਫਿਰ ਵਿਕਾਰ ਵੀ ਛੱਡ ਦਿੰਦੀ ਹੈ। ਜਿਹੜੀ ਗੁਣਵੰਤੀ ਹੁੰਦੀ ਹੈ, ਅੰਦਰੋਂ ਤ੍ਰਿਸ਼ਨਾਵਾਂ ਛੱਡ ਦਿੰਦੀ ਹੈ, ਅੰਦਰੋਂ ਬੁਰਾਈਆਂ ਛੱਡ ਦਿੰਦੀ ਹੈ। ਸੱਚ ਪਾਇਆ, ਫਿਰ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸ਼ਬਦੀ ਮਨ ਰੰਗਿਆ, ਉਸ ਨੇ ਗੁਰੂ ਦੇ ਸ਼ਬਦ ਨਾਲ, ਭਾਵ ਗੁਰਮੰਤਰ ਨਾਲ ਆਪਣੇ ਮਨ ਨੂੰ ਰੰਗ ਲਿਆ ਹੁੰਦਾ ਹੈ। ਭਾਵ ਉਹਦੇ 'ਤੇ ਗੁਰੂ ਦੇ ਉਪਦੇਸ਼ ਦਾ ਅਸਰ ਹੁੰਦਾ ਹੈ। ਰਸਨਾ ਪ੍ਰੇਮ ਪਿਆਰ, ਅਤੇ ਰਸਨਾ ਵੀ ਉਸਨੇ ਆਪਣੇ ਪਰਮਾਤਮਾ ਦੇ ਪ੍ਰੇਮ, ਪਰਮਾਤਮਾ ਦੇ ਪਿਆਰ ਨਾਲ ਰੰਗ ਲਈ ਹੁੰਦੀ ਹੈ। ਭਾਵ ਰਸਨਾ ਜਿਹੜੀ ਹੈ, ਪਰਮਾਤਮਾ ਦਾ ਬੜੇ ਪਿਆਰ ਨਾਲ ਨਾਮ ਜਪਦੀ ਹੈ। ਨਾਮ ਜਪਦਿਆਂ ਜਪਦਿਆਂ ਪਰਮਾਤਮਾ ਦੇ ਨਾਮ ਜਿਹੜਾ ਇਹ ਮਨ ਨੂੰ ਰੰਗ ਦਿੰਦਾ ਹੈ, ਮਨ 'ਤੇ ਆਪਣਾ ਅਸਰ ਕਰਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਮਨ 'ਚ ਵਿਚਾਰ ਕਰਕੇ ਵੇਖ ਲਓ ਕਿ ਸਤਿਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਪਰਮਾਤਮਾ ਦੀ ਪ੍ਰਾਪਤੀ ਜਿਸ ਨੂੰ ਵੀ ਹੋਈ, ਉਹਨੂੰ ਗੁਰੂ ਦੇ ਰਾਹੀਂ ਹੋਈ। ਇਸ ਲਈ ਨਿਗੁਰੇ ਨੂੰ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਮਨਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਜੇ ਮਨਮੁਖ ਦੀ ਮੈਲ ਇਸੇ ਲਈ ਨਹੀਂ ਉਤਰਦੀ ਕਿ ਉਹ ਗੁਰੂ ਦੇ ਦਿੱਤੇ ਸ਼ਬਦ ਨੂੰ ਪਿਆਰ ਨਹੀਂ ਕਰਦਾ, ਉਹ ਨਾਮ ਨਹੀਂ ਜਪਦਾ, ਇਸ ਲਈ ਉਹਦੇ ਮਨ ਦੀ ਮੈਲ ਨਹੀਂ ਉਤਰਦੀ। ਮਨਮੁਖ ਮੈਲ ਨਾ ਉਤਰੈ, ਮਨਮੁਖ ਦੀ ਮੈਲ ਓਨਾ ਚਿਰ ਨਹੀਂ ਉਤਰਦੀ ਜਿਸ ਚਿਰ ਜਿੰਨੀ ਦੇਰ ਤੱਕ ਗੁਰ ਸ਼ਬਦ ਨਾ ਕਰੇ ਪਿਆਰ, ਉਹ ਗੁਰੂ ਦੇ ਸ਼ਬਦ ਨੂੰ ਪਿਆਰ ਨਹੀਂ ਕਰਦਾ। ਪਰ ਜਿੰਨਾ ਚਿਰ ਉਹ ਪਿਆਰ ਸਹਿਤ ਨਾਮ ਨਹੀਂ ਜਪਦਾ, ਉਹਦੇ ਮਨ ਦੀ ਮੈਲ ਨਹੀਂ ਉਤਰਦੀ। ਇਸ ਲਈ ਅੱਗੇ ਸਮਝਾਇਆ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੇਂ, ਤਾਂ ਸੁਖ ਲਹੈ ਮਹੱਲ। ਧਿਆਨ ਦੇਣਾ, ਫਾਰਸੀ ਦੇ ਵਿੱਚ ਇਹਦਾ ਉਚਾਰਨ ਹੈ ਮਹੱਲ, ਹਿੰਦੀ 'ਚ ਇਹਦਾ ਉਚਾਰਨ ਹੈ ਮਹਿਲ। ਹਿੰਦੀ 'ਚ ਰਾਜਾ ਜਿੱਥੇ ਰਹਿੰਦਾ ਨਾ, ਉਹਦੇ ਘਰ ਨੂੰ ਕਹਿੰਦੇ ਨੇ ਮਹਿਲ, ਅਤੇ ਫਾਰਸੀ 'ਚ ਕਹਿੰਦੇ ਨੇ ਮਹੱਲ। ਜਿਨ੍ਹਾਂ 'ਤੇ ਫਾਰਸੀ ਦਾ ਪ੍ਰਭਾਵ ਹੈ, ਉਹ ਕਹਿੰਦੇ ਮਹੱਲਾ ਪੰਜਵਾਂ, ਮਹੱਲਾ ਦੂਜਾ, ਮਹੱਲਾ ਤੀਜਾ। ਜਿਨ੍ਹਾਂ 'ਤੇ ਹਿੰਦੀ ਦਾ ਪ੍ਰਭਾਵ ਹੈ, ਉਹ ਕਹਿੰਦੇ ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ। ਹੋਰ ਕੋਈ ਗੱਲ ਨਹੀਂ, ਅਰਥ ਦੋਨਾਂ ਦਾ ਇੱਕੋ ਹੀ ਹੈ। ਮਹੱਲਾ ਪੰਜਵਾਂ ਜਾਂ ਮਹਿਲਾ ਪੰਜਵਾਂ, ਅਰਥ ਦੋਨਾਂ ਦੇ ਇੱਕੋ ਹੈ। ਇੱਕ ਫਾਰਸੀ ਦਾ ਹੈ, ਇੱਕ ਹਿੰਦੀ ਦਾ ਹੈ। ਪੰਜਾਬੀ ਵਾਲੇ ਵੀ ਅੱਜ ਕੱਲ੍ਹ ਮਹਿਲ ਹੀ ਕਹਿੰਦੇ ਨੇ, ਇਹ ਜੀ ਰਾਜੇ ਦਾ ਮਹਿਲ ਹੈ। ਪਾਕਿਸਤਾਨ 'ਚ ਮੈਂ ਦੇਖਿਆ ਮਹੱਲ ਕਹਿੰਦੇ ਸੀ, ਰਾਜਾ ਜੀ ਮਹੱਲਾਂ 'ਚ ਰਹਿੰਦਾ।
ਜਿੱਥੇ ਤੇ ਇੰਡੀਆ ਜਦੋਂ ਆਏ ਤਾਂ ਕਹਿੰਦੇ ਰਾਜਾ ਮਹਿਲਾਂ 'ਚ ਰਹਿੰਦਾ ਜੀ। ਫਿਰ ਪਤਾ ਕਰਦਿਆਂ ਕਰਦਿਆਂ ਲੱਭੀ ਗਿਆ, ਮੈਂ ਲੱਭੀ ਗਿਆ ਵੀ ਆਖਰਕਾਰ ਇਹ ਦੋ ਉਚਾਰਨ ਕਿਉਂ ਨੇ। ਫਿਰ ਜਿਹੜਾ ਦੇਖਿਆ ਪਿਆ ਵੀ ਉਹ ਫਾਰਸੀ ਦੇ ਵਿੱਚ ਇਹਦਾ ਉਚਾਰਨ ਹੈ ਮਹੱਲ, ਹਿੰਦੀ 'ਚ ਇਹਦਾ ਉਚਾਰਨ ਹੈ ਮਹਿਲ, ਸਪੈਲਿੰਗ ਇਹੀ ਨੇ। ਤਾਂ ਹੀ ਕੋਈ ਕਹਿੰਦਾ ਜੀ ਮਹੱਲਾ ਪੰਜਵਾਂ ਹੁੰਦਾ, ਕੋਈ ਕਹਿੰਦਾ ਮਹਿਲਾ ਪੰਜਵਾਂ ਹੁੰਦਾ। ਹਾਂ ਮੈਂ ਇਹ 'ਚ ਬਹਿਸ ਵਾਲੀ ਕੋਈ ਗੱਲ ਨਹੀਂ। ਕਈ ਮੈਂ ਦੇਖਿਆ ਬਹਿਸ ਕਰਨ ਲੱਗਦੇ ਨੇ, ਨਹੀਂ ਜੀ ਮਹੱਲਾ ਹੀ ਹੁੰਦਾ ਜੀ, ਦੂਜਾ ਕਹਿੰਦੇ ਨਹੀਂ ਮਹਿਲਾ ਹੁੰਦਾ। ਜਦੋਂ ਸਮਝ ਆ ਜਾਏਗੀ ਕਿ ਜਿਹੜਾ ਮਹੱਲਾ ਸ਼ਬਦ ਹੈ ਫਾਰਸੀ ਦਾ ਹੈ ਅਤੇ ਜਿਹੜਾ ਮਹਿਲਾ ਸ਼ਬਦ ਹੈ ਹਿੰਦੀ ਦਾ ਹੈ ਅਤੇ ਅਰਥ ਇੱਕੋ ਹੀ ਹੈ, ਅਤੇ ਰੌਲਾ ਖਤਮ। ਇੱਕ ਇੱਥੇ ਹੁਣ ਆਪਾਂ ਇਸ ਨੂੰ ਮਹੱਲ ਕਿਉਂ ਪੜ੍ਹਨਾ, ਕਿਉਂਕਿ ਪਹਿਲਾਂ ਹੈ ਚੱਲ, ਮਨ ਮੇਰੇ ਸਤਿਗੁਰ ਕੈ ਭਾਣਾ ਚੱਲ, ਚੱਲ ਮਹੱਲ ਤਾਂ ਹੀ ਜੁੜੇਗਾ ਨਾ। ਜੇ ਇੱਥੇ ਪੜ੍ਹਦੇ ਨੇ ਚੱਲ, ਉੱਥੇ ਪੜ੍ਹਦੇ ਮਹਿਲ, ਉਹ ਨਹੀਂ, ਕਵਿਤਾ ਨਹੀਂ ਜੁੜੇਗੀ, ਤੁਕਾਂਤ ਨਹੀਂ ਜੁੜੇਗਾ। ਇਸ ਲਈ ਮਨ ਮੇਰੇ ਸਤਿਗੁਰ ਕੈ ਭਾਣਾ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੇਂ, ਤਾਂ ਸੁਖ ਲਹੈ ਮਹੱਲ। ਹੇ ਮੇਰੇ ਮਨਾ, ਤੂੰ ਗੁਰੂ ਦੇ ਆਖੇ ਲੱਗ। ਭਾਣਾ ਦੀ ਮਰਜ਼ੀ, ਰੱਬ ਦਾ ਭਾਣਾ ਜੀ, ਰੱਬ ਦੀ ਮਰਜ਼ੀ ਹੈ ਜੀ। ਤੂੰ ਗੁਰੂ ਦੀ ਮਰਜ਼ੀ ਅਨੁਸਾਰ ਚੱਲ, ਉਹਨੂੰ ਕਹਿੰਦੇ ਗੁਰਮੁਖ। ਜਿਹੜਾ ਆਪਣੀ ਮਰਜ਼ੀ ਅਨੁਸਾਰ ਚੱਲੇ ਉਹਨੂੰ ਕਹਿੰਦੇ ਮਨਮੁਖ। ਜਿਹੜਾ ਗੁਰੂ ਦੀ ਮਰਜ਼ੀ ਅਨੁਸਾਰ ਚੱਲੇ ਉਹਨੂੰ ਕਹਿੰਦੇ ਗੁਰਮੁਖ। ਜਿਹੜਾ ਆਪਣੀ ਮਰਜ਼ੀ ਅਨੁਸਾਰ ਚੱਲੇ ਉਹਨੂੰ ਕਹਿੰਦੇ ਮਨਮੁਖ। ਜੇ ਤਾਂ ਸੁਖੀ ਰਹਿਣਾ ਫਿਰ ਤਾਂ ਗੁਰਮੁਖ ਬਣ ਜਾਓ, ਜੇ ਦੁਖੀ ਰਹਿਣਾ ਤਾਂ ਫਿਰ ਮਨਮੁਖ ਤਾਂ ਦੁਨੀਆ ਹੈ ਹੀ ਹੈ ਅਤੇ ਦੁਖੀ ਹੈ ਹੀ ਹੈ, ਇਹ 'ਚ ਕੋਈ ਸ਼ੱਕ ਹੀ ਨਹੀਂ। ਕਿਉਂ? ਮਨਮੁਖ ਨੇ ਮਰਜ਼ੀ ਅਨੁਸਾਰ ਕੰਮ ਕਰਨਾ ਹੈ, ਮਨ ਅਨੁਸਾਰ ਕੰਮ ਕਰਨਾ ਹੈ, ਜਿਵੇਂ ਮਨ ਕਹਿੰਦਾ ਉਵੇਂ ਹੀ ਕਰਨਾ ਹੈ। ਅਤੇ ਗੁਰਬਾਣੀ ਕਹਿੰਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇਹ ਤਾਂ ਜਨਮਾਂ ਜਨਮਾਂਤਰਾਂ ਦਾ ਮੈਲਾ ਹੈ। ਭਾਵ ਤਾਂ ਜਨਮਾਂਤਰਾਂ ਤੋਂ ਭੈੜਾ ਹੈ। ਤੁਸੀਂ ਕਿਸੇ ਭੈੜੇ ਬੰਦੇ ਦੀ ਸੰਗਤ ਕਰੋ, ਉਹਨੇ ਕਦੇ ਤੁਹਾਨੂੰ ਚੱਜ ਦੀ ਸਲਾਹ ਨਹੀਂ ਦੇਣੀ। ਜਿਹੜੇ ਲੋਕ ਮਨ ਦੇ ਆਖੇ ਲੱਗਦੇ ਨੇ ਉਹੀ ਬਰਬਾਦ ਹੁੰਦੇ ਨੇ। ਉਹ ਕੋਈ ਨਹੀਂ ਪੁੱਛਦਾ, ਕਰ ਲੈ, ਉਹ ਦੂਜਾ ਵੀ ਤਾਂ ਕਰ ਰਿਹਾ, ਉਹ ਵੀ ਤਾਂ ਕਰ ਰਿਹਾ, ਵੀ ਉਹਨਾਂ ਦੀ ਕਿਹੜੀ ਗੱਲ ਹੈ। ਤਗੜੇ ਦੀ ਗੱਲ ਛੱਡੀ ਦੀ ਹੁੰਦੀ। ਤਗੜੇ ਲਈ ਕਾਨੂੰਨ ਹੋਰ ਹੁੰਦੇ ਨੇ, ਮਾੜੇ ਲਈ ਹੋਰ ਹੁੰਦੇ ਨੇ। ਮਾੜੇ ਤਾਂ ਫਟ ਪੁਲਿਸ ਫੜ ਕੇ ਲੈਂਦੇ, ਦੇਖੋ ਟਾਪਾ ਕਰ ਲੈਂਦੇ, ਤਗੜੇ ਨੂੰ ਕੁਛ ਨਹੀਂ ਕਹਿੰਦੇ। ਪਹਿਲਾਂ ਤਾਂ ਤਗੜੇ ਨੂੰ ਫੜਦੇ ਹੀ ਨਹੀਂ, ਜੇ ਬਹੁਤ ਰੌਲਾ ਪੈਂਦਾ ਫਿਰ ਉਹਨੂੰ ਫੜ ਲੈਂਦੇ ਨੇ, ਕੁੱਟਦੇ ਮਾਰਦੇ ਤਾਂ ਵੀ ਨਹੀਂ। ਤਗੜੇ ਇਹ ਕਾਨੂੰਨ ਉਹੀ ਹੁੰਦਾ, ਪਰ ਉਹੀ ਤਗੜੇ ਲਈ ਹੋਰ ਹੋ ਜਾਂਦਾ, ਮਾੜੇ ਲਈ ਹੋਰ ਹੁੰਦਾ। ਕਹਾਵਤ ਨਹੀਂ, ਤਗੜਾ ਬਈ ਤਕੜੇ ਦਾ 7 20 100, 7 20 140 ਰੁਪਏ ਦਾ। ਗਰੀਬ ਦਾ 100 ਰੁਪਏ ਦਾ 100 ਹੁੰਦਾ, ਤਕੜੇ ਦਾ 140 ਰੁਪਏ ਦਾ 100। ਅਗਰ ਚਲੋ ਚੱਲ 140 ਦਾ ਹੁੰਦਾ, ਵੈਸੇ ਤਕੜੇ ਬਈ। ਤੁਸੀਂ ਰੋਜ਼ ਹੀ ਵੇਖਦੇ ਹੋ ਮਾੜਿਆਂ 'ਤੇ ਸਭ ਦਾ ਜ਼ੋਰ ਚੱਲਦਾ, ਤਕੜਿਆਂ 'ਤੇ ਨਹੀਂ ਚੱਲਦਾ। ਫਿਰ ਨਹੀਂ ਚੱਲਦਾ। ਤੁਹਾਡੇ ਪੁਲਿਸ ਵਾਲੇ ਘੇਰ ਲਿਆ, ਮੈਂ ਕਿਹਾ ਠਹਿਰ ਜਾਓ ਜੀ, ਮੈਂ DIG ਸਾਹਿਬ ਨਾਲ ਮਿਲਾਉਣਾ ਟੈਲੀਫੋਨ। ਜਿਵੇਂ ਲੱਗ ਜਾਏ ਮਿਲਾਉਣ, ਜਾਓ ਸਰਦਾਰ ਜੀ, ਕਿ ਜਾਓ ਜੀ। ਫਿਰ ਹੀ ਕਹਿੰਦੇ ਮੈਂ ਇੱਕ ਵੱਡੀ ਸਾਰੀ ਕਾਰ 'ਚ ਆ ਰਿਹਾ ਹੈ, UP ਦੀ ਕਾਰ ਸੀ, ਉਹ ਡਰਾਈਵਰ UP ਦਾ ਸੀ ਅਤੇ ਕਾਰ ਆਪਣੇ ਆਫਿਸਰ ਦੀ ਸੀ। ਜਿਹੜਾ ਬੱਤੀ ਵਾਲਾ ਚੌਂਕ ਹੈ ਉੱਥੇ ਘੇਰ ਲਿਆ। ਉਹ ਥੋੜ੍ਹੇ ਜਿਹੇ ਅੱਗੇ ਆ ਗਿਆ ਹੋਣਾ, ਉਹ ਜਿਹੜੇ ਲਾਈਨਾਂ ਜਿਹੀ ਖਿੱਚੀ ਹੁੰਦੀਆਂ, ਆ ਜੇ ਕਰੋ ਉਹ ਕਰੋ। ਉਹ ਜਿਹੜਾ ਸਿਪਾਹੀ ਨੂੰ ਮੈਂ ਇਸ਼ਾਰਾ ਕੀਤਾ, ਮੇਰੇ ਵੱਲ ਆ ਗਿਆ। ਮੈਂ ਫਲਾਣੇ SSP ਨੂੰ ਜਾਣਦੇ ਹੋ? ਕਹਿੰਦੇ ਹਾਂਜੀ। ਮੈਂ ਉਹਦਾ ਚਾਚਾ। ਕਿ ਜਾਓ ਜੀ, ਨਹੀਂ ਤਾਂ ਕਿ 300 ਰੁਪਏ ਦਿਓ ਜੀ।
ਫਿਰ ਕਿ ਜਾਓ ਜੀ, ਹੈ ਨਾ। ਫਿਰ ਤਕੜੇ ਲਈ ਹੋਰ ਕਾਨੂੰਨ ਹੁੰਦਾ, ਮਾੜੇ ਲਈ ਹੋਰ ਕਾਨੂੰਨ ਹੁੰਦਾ। ਇਸ ਲਈ ਤਕੜੇ ਦੀ ਰੀਸ ਨਹੀਂ ਕਰੀਦੀ। ਕਿਹੜਾ ਪੁੱਛਦਾ ਜੀ ਉਹ ਵੀ ਤਾਂ ਐਂ ਕਰਦਾ, ਉਹਦੀ ਕਿਹੜੀ ਗੱਲ ਹੈ, ਉਹਦਾ ਤਾਂ ਕਿੱਲਾ ਹੀ ਬੜਾ ਤਕੜਾ। ਤੇਰੀ ਰੱਸੀ ਵੀ ਮਾੜੀ, ਤੇਰਾ ਕਿੱਲਾ ਵੀ ਮਾੜਾ, ਤੂੰ ਕਿਉਂ ਪੰਗੇ ਲੈਂਦੇ ਵਾਧੂ ਦੇ। ਉਦਾਹਰਨ ਦੇਣਗੇ, ਉਹ ਵੀ ਤਾਂ ਕਰਦੇ। ਉਹ ਜੀ 900 ਕਰੋੜ ਰੁਪਈਆ ਖਾ ਕੇ ਬਾਹਰਲੇ ਭੱਜ ਗਿਆ, ਸਰਕਾਰ ਨੇ ਕੀ ਕਰ ਲਿਆ ਜੀ? ਉਹ ਜੀ ਇੰਨਾ ਖਾ ਗਿਆ ਜੀ। ਮੈਂ ਉਹਦੀ ਗੱਲ ਹੋ ਰਿਹਾ, ਹੁਣ ਤਾਂ ਆਪ ਭਜਾਇਆ ਗਿਆ ਭਾਜਾ। ਉਹ ਭੱਜਿਆ ਨਹੀਂ, ਐਂ ਨਹੀਂ ਸਰਕਾਰ ਜਾਣ ਦਿੰਦੇ ਭੱਜੇ ਨੂੰ, ਭੱਜਿਆ ਜਾਣ ਨਾ ਦੇਣਗੇ। ਹਾਂ, ਐਂ ਨਹੀਂ ਜਾਣਦੇ, ਆਪ ਕਹਿੰਦੇ ਭੱਜੋ ਭੱਜੋ ਜੇਲ। ਸੋ ਇਸ ਲਈ ਅਸੀਂ ਨਾ ਮਨਮੁਖ ਨਹੀਂ ਬਣਨਾ, ਅਤੇ ਵੱਡਿਆਂ ਦੀ ਉਦਾਹਰਨਾਂ ਸਮਝ ਕੇ ਆਪਣੇ ਆਪ ਨੂੰ ਨਹੀਂ ਫਸਾ ਲੈਣਾ ਵੀ ਉਹ ਫਲਾਣੇ ਦਾ ਕੁਛ ਨਹੀਂ ਵਿਗੜਿਆ, ਜੇ ਫਲਾਣੇ ਦਾ ਕੁਛ ਨਹੀਂ ਵਿਗੜਿਆ। ਇਸ ਭੁਲੇਖੇ 'ਚ ਨਹੀਂ ਰਹਿਣਾ। ਉਦਾਹਰਨਾਂ ਮੈਂ ਤੁਹਾਨੂੰ ਦੇ ਦਿੱਤੀਆਂ ਨੇ, ਬਾਕੀ ਤੁਹਾਡੀ ਮਰਜ਼ੀ ਹੈ। ਸਮਝਣੇ ਵਾਲੇ ਸਮਝ ਗਏ ਹੈ, ਜੋ ਨਾ ਸਮਝੇ ਵੋ ਅਨਾੜੀ ਹੈ। ਐਵੇਂ ਤਾਂ ਨਹੀਂ ਗੀਤ ਬਣੇ। ਇਸ ਲਈ ਮਨ ਦੇ ਮਗਰ ਨਹੀਂ ਲੱਗਣਾ, ਨਹੀਂ ਤਾਂ ਕਿਸੇ ਵੇਲੇ ਵੀ ਦੁੱਖ ਆ ਸਕਦਾ ਹੈ, ਮੁਸੀਬਤ ਆ ਸਕਦੀ ਹੈ। ਤਾਂ ਕਹਿੰਦੇ ਨੇ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਹੇ ਮੇਰੇ ਮਨਾ ਗੁਰੂ ਦੇ ਆਖੇ ਲੱਗ। ਫਿਰ ਕੀ ਹੋਏਗਾ? ਨਿਜ ਘਰ ਵਸੈ, ਤੂੰ ਆਪਣੇ ਘਰ 'ਚ ਵਸੇਗਾ। ਅਤੇ ਸਾਡਾ ਘਰ ਕਿਹੜਾ? ਸੱਚਖੰਡ। ਫਿਰ ਤੂੰ ਸੱਚਖੰਡ ਜਾਏਗਾ। ਅੰਮ੍ਰਿਤ ਪੀਵੇਂ, ਤੂੰ ਨਾਮ ਅੰਮ੍ਰਿਤ ਨੂੰ ਪੀਵੇਂਗਾ ਤਾਂ ਸੁਖ ਲਹਿ ਮਹੱਲ। ਫਿਰ ਤੈਨੂੰ ਸੁਖ ਦੇਣ ਵਾਲਾ ਮਹਿਲ ਪ੍ਰਾਪਤ ਹੋ ਜਾਏਗਾ, ਮਹੱਲ ਪ੍ਰਾਪਤ ਹੋ ਜਾਏਗਾ। ਭਾਵ ਉਹ ਤੈਨੂੰ ਥਾਂ ਟਿਕਾਣਾ ਪ੍ਰਾਪਤ ਹੋਵੇਗਾ ਜਿੱਥੇ ਫਿਰ ਤੈਨੂੰ ਸੁੱਖ ਹੀ ਸੁੱਖ ਨੂੰ ਰਹਾਓ। ਔਗਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ। ਮਨਮੁਖ ਸ਼ਬਦ ਨਾ ਜਾਣਈ, ਅਵਗਣ ਸੋ ਪ੍ਰਭ ਦੂਰ। ਜਿਨਿ ਸੱਚ ਪਛਾਣਿਆ, ਸੱਚ ਰਤੇ ਭਰਪੂਰ। ਗੁਰ ਸ਼ਬਦੀ ਮਨ ਬੇਦਿਆ, ਪ੍ਰਭ ਮਿਲਿਆ ਆਪ ਹਦੂਰ। ਔਗਣਵੰਤੀ ਗੁਣ ਕੋ ਨਹੀਂ। ਔਗਣਵੰਤੀ ਗੁਣ ਹੀ ਕੋਈ ਨਹੀਂ ਹੁੰਦਾ, ਤਾਂ ਇਹਨੂੰ ਔਗਣਵੰਤੀ ਕਹਿੰਦੇ ਨੇ। ਜੇ 'ਚ ਗੁਣ ਹੁੰਦੇ ਨੇ ਉਹਨੂੰ ਗੁਣਵੰਤੀ ਕਹਿੰਦੇ ਨੇ, ਜੇ 'ਚ ਔਗਣ ਹੁੰਦੇ ਨੇ ਉਹਨੂੰ ਔਗਣਵੰਤੀ ਕਹਿੰਦੇ ਨੇ। ਬਹਿਣ ਨਾ ਮਿਲੇ ਹਦੂਰ, ਉਹਨੂੰ ਪਰਮਾਤਮਾ ਦੀ ਹਾਜ਼ਰੀ 'ਚ ਬਹਿਣ ਦਾ ਮੌਕਾ ਹੀ ਨਹੀਂ ਮਿਲਦਾ। ਹਦੂਰ ਹਜ਼ੂਰੀ ਵਿੱਚ, ਉਹ ਪਰਮਾਤਮਾ ਦੀ ਹਜ਼ੂਰੀ 'ਚ ਨਹੀਂ ਬੈਠ ਸਕਦੇ, ਕਿਉਂਕਿ ਉੱਥੇ ਦੇ ਗੁਣਵਾਨ ਬਹਿੰਦੇ ਨੇ ਅਤੇ ਉਹ ਔਗਣਿਆਰੀ ਹੈ। ਮਨਮੁਖ ਸ਼ਬਦ ਨਾ ਜਾਣਨੇ, ਮਨਮੁਖਾਂ ਨੂੰ ਸ਼ਬਦ ਦਾ ਬਾਰੇ ਪਤਾ ਹੀ ਨਹੀਂ ਹੁੰਦਾ। ਇਹ ਨਾਮ ਦੇ ਬਾਰੇ ਪਤਾ ਹੀ ਨਹੀਂ ਹੁੰਦਾ ਵੀ ਨਾਮ ਕੀ ਹੁੰਦਾ, ਨਾਮ ਦੀ ਕੀ ਮਹਿਮਾ। ਕਈ ਆਪਣੇ ਆਪ ਨੂੰ ਗੁਰਮੁਖ ਕਹਿਣ ਵਾਲਿਆਂ ਨੂੰ ਵੀ ਨਾਮ ਦੀ ਮਹਿਮਾ ਦਾ ਨਹੀਂ ਅਜੇ ਤੱਕ ਪਤਾ ਲੱਗਾ। ਹੈਰਾਨੀ ਦੀ ਗੱਲ ਹੈ। ਹਰ ਰੋਜ਼ ਸੁਖਨੀ ਸਾਦਾ ਪਾਠ ਕਰਨ ਵਾਲਿਆਂ ਨੂੰ ਵੀ ਅਜੇ ਤੱਕ ਨਾਮ ਦੀ ਮਹਿਮਾ ਦਾ ਨਹੀਂ ਪਤਾ ਲੱਗਾ। ਪਹਿਲੀਆਂ 2 ਅਸ਼ਟਪਦੀਆਂ ਹੈ ਨਹੀਂ ਇਸੇ ਕੰਮ ਲਈ ਵੀ ਜੇ ਤੁਸੀਂ ਨਾਮ ਜਪੋਗੇ ਆਹ ਹੋਏਗਾ, ਨਾਮ ਜਪੋਗੇ ਤੁਹਾਡਾ ਆਹ ਹੋਏਗਾ, ਨਾਮ ਜਪੋਗੇ ਤੁਹਾਡਾ ਆਹ ਹੋਏਗਾ, ਨਾਮ ਜਪੋਗੇ ਆਹ ਹੋਏਗਾ। ਨਹੀਂ ਜਪਦੇ ਨਾਮ। ਉਸ ਦੇ ਵਿੱਚ 72 ਲਾਭ ਦਿੱਤੇ ਨੇ ਨਾਮ ਜਪਣ ਦੇ। ਪਹਿਲੇ 2 ਅਸ਼ਟਪਦੀਆਂ ਚਾਹੇ ਗਿਣ ਲਿਓ ਤੁਸੀਂ। ਮੇਰਾ ਖਿਆਲ ਬਾਕੀ ਤਾਂ ਕੁਛ ਰਹਿ ਹੀ ਨਹੀਂ ਜਾਂਦਾ। ਜਿੰਨੇ ਵੀ ਮਨੁੱਖ ਚਾਹੁੰਦਾ ਜੋ ਕੁਛ ਉਸ ਨੂੰ ਮਿਲੇ, ਉਹ ਪਹਿਲੇ 2 ਅਸ਼ਟਪਦੀ 'ਚ ਵਰਣਨ ਕੀਤਾ। ਇਹ ਨਾਮ ਜਪੋ, ਕਿਉਂ ਧੱਕੇ ਤੋੜੇ 'ਚ ਖਾਈ ਜਾਂਦੇ ਹੋ? ਨਾ, ਧੱਕੇ ਤੋੜੇ ਖਾਈ ਜਾਂਦੇ, ਖਾਈ ਜਾਓ ਬਈ। ਗੁਰੂਆਂ ਨੂੰ ਕਿੰਨਾ ਅਫਸੋਸ ਹੁੰਦਾ ਹੋਏਗਾ ਯਾਰ, ਬਈ ਮੈਂ ਇਹਨਾਂ ਸਿੱਖਾਂ ਲਈ ਬਾਣੀ ਦੇ ਕੇ ਆਇਆ, ਇਹਨਾਂ ਸਿੱਖਾਂ ਨੂੰ ਮੈਂ ਗੁਰਮੰਤਰ ਦੇ ਕੇ ਆਇਆ, ਇਹ ਨਾ ਬਾਣੀ ਚੱਜ ਨਾ ਪੜ੍ਹਦੇ, ਨਾ ਗੁਰਮੰਤਰ ਦਾ ਜਾਪ ਕਰਦੇ, ਧੱਕੇ ਤੋੜੇ ਜਿਹੇ ਖਾਈ ਜਾਂਦੇ ਨੇ। ਖਾਈ ਗੁਰੂ ਮਹਾਰਾਜ ਕਿਆ ਕਰ ਸਕਦੇ ਆ ਬਈ? ਉਹਨਾਂ ਨੇ ਸਾਨੂੰ ਡੰਡਾ ਨਹੀਂ ਮਾਰਨਾ,
ਉਹਨਾਂ ਸਾਨੂੰ ਦੱਸਣੇ, ਜੇ ਨਾਮ ਜਪੋਗੇ ਤੁਹਾਨੂੰ ਆਹ ਲਾਭ ਹੋਏਗਾ, ਨਹੀਂ ਜਪੋਗੇ ਤਾਂ ਤੁਹਾਡਾ ਆਹ ਨੁਕਸਾਨ ਹੋਵੇਗਾ। ਇਹ ਹੁਣ ਇਹ ਬੰਦਾ ਨਹੀਂ ਮੰਨਦਾ, ਤਾਂ ਹੀ ਗੁਰੂਆਂ ਨੇ ਕਹਿਣਾ ਪਿਆ, ਮਨ ਮੇਰੇ ਗੁਰ ਕੈ ਭਾਣੇ ਚੱਲ, ਤਾਂ ਹੀ ਕਹਿਣਾ ਪਿਆ ਨਾ। ਔਗਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੇ ਹਜ਼ੂਰ। ਜਿਹੜੀ ਔਗਣਵੰਤੀ ਹੈ, ਜੇ ਗੁਣ ਹੀ ਕੋਈ ਨਹੀਂ ਹੁੰਦਾ, ਇਸ ਕਰਕੇ ਉਹਨੂੰ ਪਰਮਾਤਮਾ ਦੀ ਹਜ਼ੂਰੀ 'ਚ ਬੈਠਣ ਲਈ ਅੱਗੇ ਨਹੀਂ ਮਿਲਦੀ। ਮਨਮੁਖ ਸ਼ਬਦ ਨਾ ਜਾਣੀ, ਮਨਮੁਖ ਹੋਣ ਕਰਕੇ ਉਹਨੂੰ ਸ਼ਬਦ ਦੀ ਕੀਮਤ ਦੇ ਨਹੀਂ ਪਤਾ, ਉਹਨੂੰ ਬਾਣੀ ਨਾਮ ਦੀ ਕੀਮਤ ਦੇ ਨਹੀਂ ਪਤਾ। ਤਾਂ ਹੀ ਮਰਦਾਨਾ ਜੀ ਪਟਨਾ ਸਾਹਿਬ ਗੁਰੂ ਨਾਨਕ ਨੇ ਕਹਿੰਦੇ, ਮਹਾਰਾਜ ਜੀ ਤੁਸੀਂ ਇੰਨਾ ਲੋਕਾਂ ਨੂੰ ਕਹਿੰਦੇ ਨਾਮ ਜਪੋ ਨਾਮ ਜਪੋ, ਇਹ ਕਿਉਂ ਨਹੀਂ ਨਾਮ ਜਪਦੇ? ਕਹਿੰਦੇ ਮਰਦਾਨਾ ਜੀ ਇਹਨਾਂ ਨੂੰ ਨਾਮ ਦੀ ਮਹਿਮਾ ਦੇ ਨਹੀਂ ਪਤਾ, ਨਾਮ ਦੇ ਕੀ ਲਾਭ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈ, ਇਸ ਕਰਕੇ ਨਹੀਂ ਜਪਦੇ। ਬਾਣੀ ਨੂੰ ਧਿਆਨ ਨਾਲ ਪੜ੍ਹਨ ਦਾ ਆਹੀ ਮਤਲਬ ਹੈ ਕਿ ਜੋ ਉਹਦੇ ਵਿੱਚ ਲਿਖਿਆ ਹੋਇਆ ਸਾਨੂੰ ਤਾਂ ਪਤਾ ਲੱਗੇ, ਫਿਰ ਅਸੀਂ ਉਹਦੇ ਅਨੁਸਾਰ ਅਮਲ ਕਰੀਏ ਅਤੇ ਮੌਜਾਂ ਕਰੀਏ। ਜਦੋਂ ਬਾਣੀ ਭੇਜੀ ਇਸ ਲਈ ਕਿ ਬਾਣੀ ਕਹਿੰਦੀ ਮੈਂ ਅਸੀਂ ਤੁਹਾਡੇ ਜੀਵਨ ਨੂੰ ਸਵਰਗ ਕਰ ਦਿਆਂਗੇ, ਸਵਰਗ ਬਣਾ ਦਿਆਂਗੇ। ਮੰਨੋ ਸਾਡੀ ਗੱਲ, ਨਹੀਂ ਮੰਨਦਾ, ਕਹਿੰਦਾ ਨਾ ਇਹ ਸੂਰ ਵਾਲੀ ਬਿਰਤੀ ਹੈ ਵੀ ਮੈਂ ਤਾਂ ਗੰਦੀਆਂ ਨਾਲੀਆਂ 'ਚ ਹੀ ਰਹਿਣਾ। ਬਿਰਤੀ ਹੀ ਸਾਡੀ ਐਸੀ ਹੋ ਗਈ। ਉਹ ਕਹਿੰਦੇ ਆਓ ਤੁਹਾਨੂੰ ਵਧੀਆ ਸੜਕਾਂ 'ਤੇ ਲੈ ਚੱਲੀਏ, ਨਾ ਕਹਿੰਦੇ ਜੀ ਸਾਨੂੰ ਤਾਂ ਗੰਦੀਆਂ ਨਾਲੀਆਂ ਚੰਗੀਆਂ ਲੱਗਦੀਆਂ। ਸਾਡਾ ਇੱਕ ਰਿਸ਼ਤੇਦਾਰ ਹੱਸਿਆ ਕਰਦਾ, ਕਹਿੰਦੇ ਜੇ ਰੱਬ ਨੇ ਮੈਨੂੰ ਪੁੱਛਿਆ ਬੋਲ ਕਿੱਥੇ ਜਾਣਾ, ਸਵਰਗ ਜਾਣਾ ਨਰਕ ਜਾਣਾ? ਕਹਿੰਦਾ ਜੀ ਮੈਨੂੰ ਨਰਕ ਸਵਰਗ ਨਾਲ ਕੋਈ ਲੈਣਾ ਦੇਣਾ ਨਹੀਂ, ਮੈਨੂੰ ਤਾਂ ਜਿੱਥੇ ਮੇਰੇ ਦੋਸਤ ਰਹਿੰਦੇ ਨੇ ਉੱਥੇ ਭੇਜ ਦਿਓ, ਘੁੱਟ ਘੁੱਟ ਪੀਆ ਕਰਾਂਗੇ। ਉਹ ਪੀਂਦੇ ਸੀ, ਚਾਹੇ ਹੱਸਦੇ ਹੀ ਕਹਿੰਦੇ ਸੀ, ਨਾ ਉਹਨਾਂ ਦੇ ਕਿਹਾ ਕਿਸੇ ਨੇ ਭੇਜਣਾ ਸੀ। ਸੋਚ ਦੇਖੋ, ਇਹ ਵੀ ਮੈਨੂੰ ਸਵਰਗ ਚਾਹੀਦਾ, ਨਾ ਜੀ ਕਹਿੰਦੇ ਮੈਨੂੰ ਤਾਂ ਉੱਥੇ ਭੇਜੋ ਜਿੱਥੇ ਮੇਰੇ ਮਰ ਕੇ ਦੋਸਤ ਗਏ ਨੇ। ਮੈਂ ਕਿਹਾ ਉੱਥੇ ਕਿਉਂ ਜਾਣਾ, ਕਦੇ ਫਿਰ ਪੀਆ ਕਰਾਂਗੇ। ਇਹ ਬੰਦਾ ਇਹ ਇਸ ਚਿੱਕੜ 'ਚੋਂ ਨਿਕਲਦੇ ਨਹੀਂ ਹੈਗੇ, ਔਰ ਆਪ ਮਨੁੱਖ ਕਦੇ ਚਿੱਕੜ 'ਚੋਂ ਨਹੀਂ ਨਿਕਲਿਆ ਕਰਦਾ, ਨਿਕਲ ਹੀ ਨਹੀਂ ਸਕਦਾ ਚਿੱਕੜ 'ਚੋਂ। ਉਹਨੂੰ ਕੋਈ ਬਾਂਹ ਫੜ ਕੇ ਕੱਢਦਾ। ਤੁਸੀਂ ਜਦੋਂ ਪਹਿਲੀ ਵਾਰੀ ਸਤ ਸੰਗ 'ਚ ਆਏ, ਆਪ ਨਹੀਂ ਆਏ, ਤੁਹਾਨੂੰ ਕੋਈ ਲੈ ਕੇ ਆਇਆ, ਤੁਹਾਨੂੰ ਕੋਈ ਲੈ ਕੇ ਆਇਆ, ਤੁਹਾਨੂੰ ਕਿਸੇ ਨੇ ਦੱਸ ਪਾਈ, ਤੁਹਾਨੂੰ ਕਿਸੇ ਨੇ ਪ੍ਰੇਰਿਆ, ਕੋਈ ਤੁਹਾਡੇ ਨਾਲ ਆਇਆ, ਆਪ ਨਹੀਂ ਤੁਸੀਂ ਆ ਗਏ। ਟੋਏ ਦੇ ਵਿੱਚ ਬੰਦਾ ਆਪ ਨਹੀਂ ਨਿਕਲ ਸਕਦਾ, ਉਹਨੂੰ ਕੋਈ ਕੱਢਦਾ। ਗੁਰੂ ਮਹਾਰਾਜ ਸਾਨੂੰ ਟੋਏ 'ਚੋਂ ਕੱਢਦੇ ਨੇ ਵੀ ਆਓ ਮੇਰੀ ਬਾਂਹ ਫੜ ਲਓ, ਮੈਂ ਤੁਹਾਨੂੰ ਇਸ ਟੋਏ 'ਚੋਂ ਕੱਢ ਦਿੰਦਾ। ਅਸੀਂ ਉਹਨਾਂ ਦੀ ਬਾਂਹ ਹੀ ਨਹੀਂ ਫੜਦੇ। ਤੁਹਾਡਾ ਕੋਈ ਸਾਥੀ ਖੂਹ 'ਚ ਜਾਂ ਕਾਸੇ ਡਿੱਗ ਪਿਆ, ਤੁਸੀਂ ਉੱਤੋਂ ਲੱਜ ਸੁੱਟਦੇ ਹੇਠਾਂ ਵੀ ਲੈ ਇਹਨੂੰ ਫੜ ਲੈ, ਅਸੀਂ ਖਿੱਚ ਕੇ ਤੈਨੂੰ ਬਾਹਰ ਕੱਢ ਦਿੰਦੇ। ਉਹ ਕਹਿੰਦਾ ਨਾ, ਗਿੱਦੜ ਡਿੱਗ ਪਿਆ ਟੋਏ, ਕਹਿੰਦਾ ਤੂੰ ਇੱਥੇ ਬੈਠਾ, ਕਹਿੰਦਾ ਯਾਰਾਂ ਦਾ ਘਰ ਹੈ, ਕਹਿੰਦਾ ਮੈਂ ਤਾਂ ਖੂਹ 'ਚ ਹੀ ਰਹੂੰਗਾ, ਮੈਂ ਨਹੀਂ ਤੁਹਾਡਾ ਰੱਸਾ ਫੜਦਾ। ਐਸੀ ਸਾਡੀ ਕੋਈ ਸੋਚ ਹੋ ਗਈ ਹੈ। ਉਂਝ ਚਾਹੁੰਦੇ ਹਾਂ ਅਸੀਂ ਸਵਰਗ 'ਚ ਰਹੀਏ, ਕੰਮ ਨਰਕਾਂ ਵਾਲੇ ਕਰਨੇ ਨੇ, ਵੀ ਐਂ ਕਿਵੇਂ ਹੋ ਸਕਦਾ? ਵੀ ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਉ ਜ਼ਹਿਰ ਬੀਜ ਕੇ ਅੰਮ੍ਰਿਤ ਮੰਗਦੇ। ਐਂ ਕਦੇ ਹੁੰਦਾ? ਕਦੇ ਐਂ ਕਦੇ ਹੁੰਦਾ? ਸੋ ਗੁਰੂ ਜੇ ਮੈਨੂੰ ਅਫਸੋਸ ਹੋ ਰਿਹਾ ਤੇ ਗੁਰੂ ਮਹਾਰਾਜ ਪਤਾ ਨਹੀਂ ਕਿੰਨਾ ਕੁ ਹੁੰਦਾ ਹੋਣਾ ਸਾਡੇ 'ਤੇ, ਕਿ ਪਤਾ ਨਹੀਂ ਕਿੰਨਾ ਕੁ ਹੁੰਦਾ। ਚੰਗੇ ਸਿੱਖ ਨੇ ਕਲਯੁਗੀ ਹੈ। ਅੱਜ ਤਾਂ ਸ਼ੁਕਰ ਹੈ ਅਜੇ ਬੀਬੀਆਂ ਸ਼ਰਧਾ ਭਾਵਨਾ ਹੈਗੀ। ਜਿੱਦੇ ਬੀਬੀਆਂ ਨਾਸਤਕ ਹੋ ਗਈਆਂ, ਧਰਮ ਸਭ ਖਤਮ ਹੋ ਜਾਣਾ। ਜਿਵੇਂ ਯੂਰਪ 'ਚੋਂ ਖਤਮ ਹੋ ਗਿਆ, ਯੂਰਪ ਦੀ ਔਰਤ ਨਾਸਤਕ ਹੋ ਗਈ ਹੈ, ਧਰਮ ਹੀ ਖਤਮ ਹੋ ਗਿਆ ਉੱਥੇ। ਹਿੰਦੁਸਤਾਨ ਦਾ ਜੇ ਬੀਬੀਆਂ ਆਸਤਕ ਨੇ, ਇਹ ਗੁਰਦੁਆਰੇ ਮੰਦਿਰਾਂ ਜਾਂਦੀਆਂ,
ਗਿਣਤੀ ਮੰਦਰਾਂ 'ਚ ਕਰ ਲਿਆ ਔਰਤ ਦਾ ਬੰਦਿਆਂ ਦੀ, ਚਾਹੇ ਗੁਰਦੁਆਰੇ 'ਚ ਕਰ ਲਿਓ, ਔਰਤ ਵੱਧ ਹੁੰਦੀ ਬੰਦਿਆਂ ਨਾਲੋਂ, ਔਰਤ ਜ਼ਿਆਦਾ ਹੁੰਦੀ। ਇਸ ਤੋਂ ਸਾਫ਼ ਜ਼ਾਹਿਰ ਹੈ ਜਿੱਦਾਂ ਹਿੰਦੁਸਤਾਨ ਦੇ ਜਾਂ ਕੋਈ ਸਿੱਖ ਬੀਬੀਆਂ ਨਾਸਤਕ ਹੋ ਗਈਆਂ, ਖਤਮ ਹੋ ਜਾਣਾ ਸਿੱਖ ਧਰਮ, ਬਸ ਇਹ ਖਤਮ ਹੋ ਜਾਣਾ। ਇਹ ਤਾਂ ਬੀਬੀਆਂ ਕਾਰਨ ਹੈ ਸਾਰੇ ਸੰਸਾਰ 'ਚ। ਧਰਮ ਨੂੰ ਬੰਦਾ ਚਲਾਉਂਦਾ, ਉਹਨੂੰ ਕਾਇਮ ਬੀਬੀਆਂ ਰੱਖਦੀਆਂ ਨੇ। ਬੀਬੀਆਂ ਧਰਮ ਨਹੀਂ ਚਲਾਉਂਦੀਆਂ। ਬੁੱਧ ਧਰਮ ਬੰਦੇ ਨੇ ਚਲਾਇਆ, ਈਸਾਈ ਧਰਮ ਬੰਦੇ ਨੇ ਚਲਾਇਆ, ਮੁਸਲਮਾਨ ਧਰਮ ਬੰਦੇ ਨੇ ਚਲਾਇਆ, ਸਿੱਖ ਧਰਮ ਬੰਦੇ ਨੇ ਚਲਾਇਆ। ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ, ਮਹਾਤਮਾ ਬੁੱਧ ਦੀ ਜਿਹੜੀ ਸਭ ਤੋਂ ਪਹਿਲੀ ਚੇਲੀ ਬਣੀ ਉਹ ਔਰਤ ਸੀ। ਮੁਹੰਮਦ ਸਾਹਿਬ ਦੀ ਸਭ ਤੋਂ ਪਹਿਲੀ ਚੇਲੀ ਬਣੀ ਉਹਦੀ ਘਰ ਵਾਲੀ ਸੀ, ਇਹ ਘਰ ਵਾਲੀ ਸੀ। ਸਿੱਖ ਧਰਮ ਸਭ ਤੋਂ ਪਹਿਲੀ ਚੇਲੀ ਬਣੀ ਉਹ ਗੁਰੂ ਨਾਨਕ ਦੀ ਭੈਣ ਸੀ। ਔਰਤ ਤੋਂ ਸ਼ੁਰੂ ਹੋਇਆ। ਧਰਮ ਨੂੰ ਬੰਦੇ ਨੇ ਚਲਾਇਆ, ਇਸ ਨੂੰ ਗ੍ਰਹਿਣ ਪਹਿਲੀ ਔਰਤ ਨੇ ਕੀਤਾ ਹੈ। ਇਸ ਲਈ ਜਿੱਦੇ ਔਰਤ ਨਾਸਤਕ ਹੋ ਕੇ ਧਰਮ ਖਤਮ। ਸੋ ਗੁਰੂ ਮਹਾਰਾਜ ਕਹਿੰਦੇ ਮਾਨਮੁਖ ਸ਼ਬਦ ਨਾ ਜਾਣੇ। ਮਾਨਵ ਨੂੰ ਕੋਈ ਇਸ ਨਾਮ ਬਾਣੀ ਦੀ ਮਹਿਮਾ ਦੇ ਨਹੀਂ ਪਤਾ। ਅਵਗਣ ਸੋ ਪ੍ਰਭ ਦੂਰ, ਉਹਦੇ ਅੰਦਰ ਔਗਣ ਹੋਰ ਕਰਕੇ ਉਹ ਪਰਮਾਤਮਾ ਤੋਂ ਦੂਰ ਰਹਿੰਦੀ ਹੈ। ਜਿਨਨੇ ਸੱਚ ਪਛਾਣਿਆ ਸੱਚ ਰਤੇ ਭਰਪੂਰ। ਜਿਨ੍ਹਾਂ ਨੇ ਸੱਚ ਨੂੰ, ਰੱਬ ਨੂੰ ਪਹਿਚਾਣ ਲਿਆ, ਉਹ ਪਰਮਾਤਮਾ ਜੋ ਭਰਪੂਰ ਹੈ, ਜੋ ਸਭ ਥਾਵਾਂ 'ਤੇ ਵਸਦਾ ਹੈ, ਉਹਦੇ ਨਾਲ ਫਿਰ ਇਹ ਪਿਆਰ 'ਚ ਰੰਗੇ ਜਾਂਦੇ ਨੇ। ਜਿਨ੍ਹਾਂ ਨੂੰ ਸੱਚ ਦੀ ਪਹਿਚਾਣ ਹੋ ਗਈ ਨਾ, ਉਹ ਪਰਮਾਤਮਾ ਦੇ ਪਿਆਰ 'ਚ ਰੰਗੇ ਜਾਂਦੇ ਰਤੇ। ਗੁਰ ਸ਼ਬਦੀ ਮਨ ਭੇਦਿਆ, ਪ੍ਰਭ ਮਿਲਿਆ ਆਪ ਹਦੂਰ। ਭੇਦਿਆ ਹੁੰਦਾ ਜੁੜ ਜਾਣਾ। ਜਿਵੇਂ ਫੁੱਲ ਹੈ, ਆਪਾਂ 25-30 ਫੁੱਲ ਲਏ, ਧਾਗੇ ਨਾਲ ਪਰੋਤੇ, ਜੁੜ ਗਏ ਇੱਕ ਦੂਜੇ ਨਾਲ। ਗੁਰ ਸ਼ਬਦੀ ਮਨ ਭੇਦਿਆ, ਜਦੋਂ ਗੁਰੂ ਦੇ ਸ਼ਬਦ ਨਾਲ ਮਨ ਪਰਮਾਤਮਾ ਨਾਲ ਜੁੜ ਜਾਵੇਗਾ, ਪ੍ਰਭ ਮਿਲਿਆ ਆਪ ਹਦੂਰ। ਪਰਮਾਤਮਾ ਆਪ ਹਾਜ਼ਰ ਹੋ ਕੇ ਫਿਰ ਉਸ ਮਨੁੱਖ ਨੂੰ ਮਿਲੇਗਾ, ਜੋ ਸਾਡਾ ਮਨ ਸ਼ਬਦ ਨਾਲ ਜੁੜ ਗਿਆ। ਅਜੇ ਤਾਂ ਅਸੀਂ ਸਰੀਰ ਕਰਕੇ ਥੋੜ੍ਹੇ ਜੁੜੇ ਹੋਏ ਹਾਂ। ਸਰੀਰ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਮਨ ਤਾਂ ਜੁੜੇ ਹੀ ਨਹੀਂ। ਮਨ ਤੇ ਗੇੜੇ ਲਾ ਰਿਹਾ, ਕਦੇ ਬਾਜ਼ਾਰ 'ਚ, ਕਦੇ ਕੁਝ ਸੋਚ ਰਿਹਾ, ਕਦੇ ਕੁਝ ਸੋਚ ਰਿਹਾ ਹੈ। ਉਹ ਸੱਚ ਹੈ ਇਹ। ਜਿੱਦੇ ਮਨ ਜੁੜ ਗਿਆ ਉਹਦੇ ਪ੍ਰਾਪਤੀ ਹੋ ਜਾਣੀ ਹੈ। ਇਹੀ ਨਹੀਂ ਜੁੜਦਾ, ਇਹੀ ਨਹੀਂ ਜੁੜਦਾ। ਮੈਂ ਕਈ ਸਾਲਾਂ ਦੀ ਗੱਲ, ਨਿਤਨੇਮ ਦਾ ਪਾਠ ਕਰ ਰਿਹਾ, ਪਾਠ ਕਰਦੇ ਪਤਾ ਨਹੀਂ ਕਿੱਥੇ ਮਨ ਚਲਿਆ ਗਿਆ। ਨਿਤਨੇਮ ਤੋਂ ਬਾਕੀ ਰਹਿ ਰਾਸ ਹੁੰਦੀ ਨਾ, 3 ਸਫ਼ੇ ਰਹਿ ਰਾਸ ਦੇ ਵੀ ਪੜ੍ਹਦੇ। ਅਚਾਨਕ ਖਿਆਲ ਹੈ ਵੀ ਓਹੋ ਤੂੰ ਅੰਮ੍ਰਿਤ ਵੇਲੇ ਰਹਿ ਰਾਸ ਪੜ੍ਹੀ ਜਾਂਦਾ, ਪਤਾ ਨਹੀਂ ਕਿੱਥੋਂ ਨਾ ਨਿਤਨੇਮ ਭੁੱਲ ਗਿਆ, ਕਿੱਧਰ ਨੂੰ ਚਲਿਆ ਗਿਆ। ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਮੈਂ ਆਨੰਦ ਸਾਹਿਬ ਤੋਂ ਕਿਤੇ ਭੁੱਲ ਗਿਆ ਕਿ ਕਿੱਥੋਂ ਭੁੱਲ ਗਿਆ, ਸਾਰਾ ਨਿਤਨੇਮ ਦੁਬਾਰਾ ਕਰਨਾ ਪਿਆ। ਵੀ ਤਾਂ ਐਵੇਂ ਗਿਆ, ਨਹੀਂ ਤਾਂ ਗੁਰੂ ਮਹਾਰਾਜ ਹਾਜ਼ਰੀ ਤਾਂ ਲਾਉਣੀ ਨਹੀਂ, ਤੂੰ ਮੇਰੇ ਕਿਤੇ ਫਿਰੀ ਜਾਂਦਾ। ਸਰੀਰ ਕਾਰਨ ਤਾਂ ਬਹੁਤ ਸਾਰੇ ਲੋਕ ਜੁੜੇ ਹੋਏ ਨੇ, ਮਨ ਕਰਕੇ ਬਹੁਤ ਘੱਟ ਜੁੜਦੇ ਨੇ। ਅਤੇ ਮਹਾਨਤਾ ਤਾਂ ਮਨ ਦੀ ਹੈ, ਮਹਾਨਤਾ ਮਨ ਦੀ ਹੈ। ਸਾਡੇ ਤੋਂ ਜੋ ਵੀ ਚੰਗੇ ਮੰਦੇ ਕੰਮ ਕਰਾਉਂਦੇ, ਸਾਡਾ ਮਨ ਕਰਾਉਂਦਾ। ਸਰੀਰ ਤੇ ਵਿਚਾਰਾ ਆਖੇ ਲੱਗਦਾ ਮਨ ਦੇ। ਐਂ ਸਮਝ ਲਓ ਮਨ ਡਰਾਈਵਰ ਹੈ ਅਤੇ ਸਰੀਰ ਗੱਡੀ ਹੈ। ਡਰਾਈਵਰ ਦੀ ਮਰਜ਼ੀ ਹੈ ਗੱਡੀ ਨੂੰ ਜਿਹੜਾ ਠੇਕੇ ਲੈ ਜੇ, ਮਨ ਦੀ ਮਰਜ਼ੀ ਹੈ ਗੱਡੀ ਨੂੰ ਗੁਰਦੁਆਰੇ ਲੈ ਆਵੇ। ਗੱਡੀ ਨਹੀਂ ਕਹਿੰਦੀ ਮੈਂ ਨਹੀਂ ਜਾਂਦੀ, ਗੱਡੀ ਨਹੀਂ ਕਹੇਗੀ ਮੈਂ ਠੇਕੇ ਨਹੀਂ ਜਾਣਾ ਜਾਂ ਮੈਂ ਗੁਰਦੁਆਰੇ ਨਹੀਂ ਜਾਣਾ। ਇਹ ਤਾਂ ਮਨ ਹੈ, ਸਾਨੂੰ ਮਨ ਚਲਾ ਰਿਹਾ ਹੈ। ਅਤੇ ਜਿਹੜਾ ਮਨ ਦੇ ਆਖੇ ਲੱਗਦਾ ਉਹਨੂੰ ਕਹਿੰਦੇ ਮਨਮੁਖ, ਅਤੇ ਜਿਹੜਾ ਗੁਰੂ ਦੇ ਆਖੇ ਲੱਗਦਾ ਉਹਨੂੰ ਕਹਿੰਦੇ ਗੁਰਮੁਖ।
ਜਿਸ ਨੇ ਵੀ ਸੁਖੀ ਹੋਣਾ ਜ਼ਿੰਦਗੀ ਦੇ ਵਿੱਚ ਉਹਨੂੰ ਗੁਰਮੁਖ ਬਣਨਾ ਪਏਗਾ, ਉਹਨੂੰ ਗੁਰਮੁਖ ਹੋਣਾ ਪਏਗਾ। ਅੱਗੇ ਗੁਰੂ ਮਹਾਰਾਜ ਕਹਿੰਦੇ, ਆਪੇ ਰੰਗਨ ਰੰਗਿਓਨ ਸ਼ਬਦੇ ਲੈਓਨ ਮਿਲਾਏ, ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵ ਲਾਏ। ਚਾਰੇ ਕੁੰਡਾਂ, ਡੱਡੇ ਨੂੰ ਕੰਨਾ ਬਿੰਦੇ, ਕੁੰਡਾ ਤਾਂ ਹੁੰਦਾ ਜਿਹੜਾ ਦਰਵਾਜ਼ੇ ਨੂੰ ਲੱਗਾ ਹੁੰਦਾ, ਪਰ ਆਪ ਦਰਵਾਜ਼ਾ ਬੰਦ ਕਰਨਾ ਕਹਿੰਦੇ ਕੁੰਡਾ ਲਾ ਦੇਵੇ ਦਾ। ਕੁੰਡਾਂ ਹੁੰਦੀਆਂ ਦਿਸ਼ਾਵਾਂ, ਕੁੰਡਾ ਤਾਂ ਵੈਸੇ ਦਰਵਾਜ਼ਾ ਬੰਦ ਕਰਨ ਵਾਲਾ ਹੁੰਦਾ, ਕੁੰਡਾਂ ਦਿਸ਼ਾਵਾਂ ਹੁੰਦੀਆਂ। ਚਾਰੇ ਨੇ ਚਾਰ, ਚਾਰੇ ਕੁੰਡਾਂ ਭਵ ਥਕੇ, ਮਨਮੁਖ ਬੂਝ ਨਾ ਪਾਏ। ਜਿਸ ਸਤਿਗੁਰ ਮੇਲੇ ਸੋ ਮਿਲੇ, ਸੱਚੇ ਸ਼ਬਦ ਸਮਾਏ। ਆਪੇ ਰੰਗਨ ਰੰਗਿਓ, ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਪਿਆਰ 'ਚ ਰੰਗ ਲੈਂਦਾ ਹੈ। ਢੰਗ ਕੀ ਹੈ? ਸ਼ਬਦੇ, ਨਾਮ ਰਾਹੀਂ। ਨਾਮ ਰਾਹੀਂ ਪਹਿਲਾਂ ਜੀਵ ਨੂੰ ਆਪਣੇ ਪਿਆਰ 'ਚ ਰੰਗਦਾ ਹੈ, ਫਿਰ ਕੀ ਕਹਿੰਦਾ? ਲੈਣ ਮਿਲਾਏ, ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਹੌਲੀ ਹੌਲੀ ਸਾਡਾ ਪਰਮਾਤਮਾ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਏਗਾ। ਨਾਮ ਹੀ ਜਪੀ ਜਾਓ, ਆਪੇ ਪਿਆਰ ਹੋ ਜਾਏਗਾ। ਉਂਝ ਨਹੀਂ ਪਿਆਰ ਪੈਣਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਹੌਲੀ ਹੌਲੀ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏਗਾ। ਫਿਰ ਹੌਲੀ ਹੌਲੀ ਉਹਦੇ ਨਾਮ ਦਾ ਰੰਗ ਚੜ੍ਹੀ ਜਾਏਗਾ। ਜਦੋਂ ਇਹਦੇ ਨਾਮ ਦਾ ਰੰਗ ਚੜ੍ਹ ਗਿਆ ਨਾ, ਫਿਰ ਪਰਮਾਤਮਾ ਆਪ ਹੀ ਇਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ। ਸੱਚਾ ਰੰਗ ਨਾ ਉਤਰੇ, ਇਹ ਰੱਬੀ ਪਿਆਰ ਦਾ ਰੰਗ ਫਿਰ ਲੈਂਦਾ ਨਹੀਂ ਹੈ। ਇਹ ਸੰਸਾਰ ਨੇ ਅੱਜ ਪਿਆਰ ਮੁੰਡੇ ਕੁੜੀਆਂ ਕਰਦੇ ਤੇ 15 ਦਿਨ ਬਾਅਦ ਟੈਚੀ ਚੱਕੇ ਤੇ ਤੁਰ ਗਏ। ਇਹ ਕਾਹਦਾ ਪਿਆਰ ਹੈ ਜੀ? ਇੱਕ ਲੜਕੀ ਮੇਰੇ ਕੋਲ ਆ ਗਈ, ਫਲਾਣਾ ਮੇਰਾ ਵਿਆਹ ਹੋ ਜਾਏ। ਮੈਂ ਵਿਆਹ ਤਾਂ ਹੋ ਜਾਏਗਾ, ਪਰ ਉਹ ਜਿਹੜਾ ਹੈ ਉਹ ਮੁੰਡੇ ਦੇ ਮਾਂ ਪਿਓ ਮੰਨ ਨਹੀਂ ਰਹੇ, ਅਤੇ ਉਹਨੂੰ ਆਹ ਪਾੜ ਦੇ ਦੇ ਵੀ ਮੰਨ ਜਾਣ। ਚਲੋ ਨਹੀਂ, ਸਾਡਾ 5 ਸਾਲਾਂ ਤੋਂ ਪਿਆਰ ਹੈ ਜੀ। ਮੈਂ ਚਲ ਕੋਈ ਨਹੀਂ, ਕਰ ਪਾਠ ਭਾਈ। ਫਿਰ 1.5 ਮਹੀਨੇ ਬਾਅਦ ਵਿਆਹ ਤੋਂ ਬਾਅਦ ਆ ਗਈ, ਮੈਂ ਤਲਾਕ ਲੈਣਾ ਜੀ। ਮੈਂ ਪਹਿਚਾਣ ਲਿਆ। ਮੈਂ ਤੂੰ ਤਾਂ ਕਦੇ ਸਾਡਾ 5 ਸਾਲ ਦਾ ਪਿਆਰ ਹੈ ਅਤੇ ਐਡੀ ਛੇਤੀ ਕਿਵੇਂ ਟੁੱਟ ਗਏ? ਕਹਿ ਜੋ ਨਸ਼ੇ ਕਰਦਾ। ਮੈਂ ਤੂੰ ਝੂਠ ਬੋਲਦੀ ਹੈਂ? ਤੈਨੂੰ 5 ਸਾਲ 'ਚ ਇਹੀ ਨਹੀਂ ਪਤਾ ਲੱਗਿਆ ਨਸ਼ੇ ਕਰਦਾ? ਅਤੇ ਜੇ ਨਹੀਂ ਪਤਾ ਲੱਗਿਆ ਤਾਂ ਫਿਰ ਤੁਹਾਡਾ ਪਿਆਰ ਕੀ ਸੋਹ ਹੋਇਆ? ਅਤੇ ਫਿਰ ਮੈਨੂੰ ਗੀਤ ਯਾਦ ਆ ਗਿਆ, ਕਸਮੇ ਵਾਅਦੇ ਪਿਆਰ ਵਫਾ ਸਭ ਬਾतें हैं, बातों का क्या। ਇਹ ਤਾਂ ਕਲਯੁਗ ਹੈ, ਤਾਂ ਬਾतें ਨੇ। I love you, I cannot live without you, I will die without you, I will bring heaven on the earth for you। ਪਤਾ ਨਹੀਂ ਕੀ ਕੁਛ ਕਰਾਂਗੇ। ਉਹਦੀ ਮਹੀਨੇ ਬਾਅਦ ਛਿੱਤਰੋ ਛਿੱਤਰੀ ਹੋ ਗਏ। ਇਹ ਪਿਆਰ ਹੈ ਜੀ। ਇਹ ਲੋਕ ਗਾਣੇ ਸੁਣਦੇ ਨੇ ਫਿਲਮਾਂ ਦੇ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਆਹਾ, ਅੱਗੇ ਜਾ ਕੇ 5-6 ਹੁੰਦੇ ਨੇ। ਅੱਗੇ ਜਾ ਕੇ 5-6 ਹੁੰਦੇ ਨੇ। ਇਮੈਜੀਨੇਸ਼ਨ ਹੈ ਬਸ, ਮੈਂ ਅਤੇ ਤੂੰ ਹੋਵੇਂ। ਜਦੋਂ ਅਸਲੀਅਤ ਨਾ ਵਾਹ ਪੈਂਦਾ ਫਿਰ ਪਤਾ ਲੱਗਦਾ ਸਭ ਬਕਵਾਸ ਬਾਜੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਆਪੇ ਰੰਗਨ ਰੰਗਿਓਨ ਸ਼ਬਦੇ ਲੈਣ ਮਿਲਾਏ, ਸੱਚਾ ਰੰਗ ਨਾ ਉਤਰੈ। ਇਹ ਜਿਹੜਾ ਰੱਬੀ ਪਿਆਰ ਦਾ ਰੰਗ ਹੈ ਨਾ, ਇਹ ਨਹੀਂ ਲੈਂਦਾ। ਜੋ ਸੱਚ ਰੱਤੇ ਲਿਵ ਲਾਏ, ਜਿਹੜੇ ਪਰਮਾਤਮਾ ਨਾਲ ਲਿਵ ਲਾਉਂਦੇ ਨੇ ਅਤੇ ਫਿਰ ਪਿਆਰ 'ਚ ਰੰਗੇ ਜਾਂਦੇ ਨੇ ਨਾ, ਉਹ ਰੰਗ ਨਹੀਂ ਕਦੇ ਉਤਰਿਆ ਕਰਦਾ। ਚਾਰੇ ਕੁੰਡਾਂ ਭਵ ਥਕੇ, ਮਨਮੁਖ ਬੂਝ ਨਾ ਪਾਏ। ਜਿਹੜੇ ਮਨਮੁਖ ਹੁੰਦੇ ਨਾ, ਇਹ ਚਾਰੇ ਦਿਸ਼ਾਵਾਂ 'ਚ ਭਾਵੇਂ ਫਿਰੀ ਜਾਣ, ਇਹਨਾਂ ਨੂੰ ਸੋਝੀ ਆ ਹੀ ਨਹੀਂ ਸਕਦੀ ਰੱਬ ਦੀ, ਕਿਉਂਕਿ ਮਨਮੁਖ ਨੇ। ਸੋਝੀ ਦੇਣੇ ਗੁਰੂ ਨੇ, ਗੁਰੂ ਕੋਲੇ ਜਾਂਦੇ ਨਹੀਂ।
ਇਸ ਲਈ ਉਹਨੂੰ ਸੋਝੀ ਆਉਣੀ ਨਹੀਂ। ਫਿਰੀ ਜਿੱਥੇ ਮਰਜੀ ਜਾਣ, ਫਿਰੀ ਜਿੱਥੇ ਮਰਜੀ ਜਾਣ। ਜਿਸ ਸਤਿਗੁਰ ਮੇਲੇ ਸੋ ਮਿਲੇ, ਸੱਚੇ ਸ਼ਬਦ ਸਮਾਏ। ਜਿਸ ਸਤਿਗੁਰ ਮੇਲੇ, ਜਿਸ ਨੂੰ ਗੁਰੂ ਆਪਣੇ ਨਾਲ ਮਿਲਾ ਲੈਂਦੇ ਨਾ, ਸੋ ਮਿਲੇ, ਉਹੀ ਰੱਬ ਨਾਲ ਮਿਲਦਾ। ਕਿਸ ਤਰੀਕੇ ਨਾਲ? ਸੱਚੇ ਸ਼ਬਦ ਸਮਾਏ। ਸੱਚੇ ਦਾ ਪਰਮਾਤਮਾ ਦੇ ਸ਼ਬਦ ਰਾਹੀਂ ਉਹ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਕੌਣ? ਜਿਹਨੂੰ ਗੁਰੂ ਮਿਲਦਾ ਹੈ। ਫਿਰ ਉਹ ਨਾਮ ਜਪਦਾ, ਨਾਮ ਜਪਦਾ 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 ਉਸਦੇ ਨਾਮ ਦਾ ਰੰਗ ਚੜ੍ਹਦਾ ਹੈ, ਫਿਰ ਉਹ ਪਰਮਾਤਮਾ ਨਾਲ ਮਿਲ ਜਾਂਦਾ ਹੈ। ਮਿੱਤਰ ਕਨੇਰੇ ਕਰ ਥਕੀ, ਮੇਰਾ ਦੁੱਖ ਕਾਟੈ ਕੋਇ। ਮਿਲ ਪ੍ਰੀਤਮ ਦੁੱਖ ਕਟਿਆ, ਸ਼ਬਦ ਮਿਲਾਵਾ ਹੋਏ। ਸੱਚ ਖਟਣਾ ਸੱਚ ਰਾਸ ਹੈ, ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੇ, ਸੇ ਬਹੁਵਚਨ ਸ਼ਬਦ ਹੈ, ਸੋ ਇੱਕ ਵਚਨ ਹੁੰਦਾ। ਸੱਸੇ ਨੂੰ ਹੋੜਾ ਸੋ ਇੱਕ ਵਚਨ ਹੁੰਦਾ, ਸੋ ਦਾ ਬਹੁਵਚਨ ਹੁੰਦਾ ਸੇ। ਜਿਵੇਂ ਹਿੰਦੀ 'ਚ ਵਾਵਾ ਹਾ ਵ ਇੱਕ ਵਚਨ ਹੈ, ਵਾਵੇ ਨੂੰ ਲਾ ਵੇ ਬਹੁਵਚਨ ਹੈ। ਇਸ ਤਰ੍ਹਾਂ ਸੋ ਇੱਕ ਵਚਨ ਹੈ, ਸੇ ਬਹੁਵਚਨ ਸ਼ਬਦ ਹੈ। ਸੱਚ ਮਿਲੇ ਸੇ ਨਾ ਵਿਛੜੇ, ਬਹੁਵਚਨ ਹੋਣ ਕਰਕੇ ਅੱਗੇ ਆਇਆ ਫਿਰ ਵਿਛੜੇ। ਜੇ ਇੱਕ ਵਚਨ ਹੁੰਦਾ ਫਿਰ ਹੁੰਦਾ ਸੀ ਵਿਛੜੇ, ਫਿਰ ਅੜਾੜੇ ਦਲਾਵਾਂ ਪਾ ਕੇ ਖਤਮ ਹੋ ਜਾਣੇ ਤੇ ਸ਼ਬਦ। ਸੱਚ ਮਿਲੇ ਸੇ ਨਾ ਵਿਛੜੇ, ਨਾਨਕ ਗੁਰਮੁਖ ਹੋਏ। ਮਿੱਤਰ ਕਨੇਰੇ ਕਰ ਥਕੇ, ਮੈਂ ਬੜੇ ਦੋਸਤ ਬਣਾ ਕੇ ਥੱਕ ਗਈ ਹਾਂ। ਦੋਸਤ ਕਿਉਂ ਬਣਾਏ? ਮੇਰਾ ਦੁੱਖ ਕਾਟੈ ਕੋਇ। ਕੋਈ ਮੇਰਾ ਜੰਮਣ ਮਰਨ ਦਾ ਦੁੱਖ ਕੱਟ ਦੇ। ਜੰਮਣ ਮਰਨ ਤੋਂ ਮੇਰੀ ਖਲਾਸੀ ਹੋ ਜਾਏ। ਕਹਿੰਦੇ ਬੜੇ ਦੋਸਤ ਮੈਂ ਬਣਾਏ। ਮਿਲ ਪ੍ਰੀਤਮ ਦੁੱਖ ਕਟਿਆ, ਦੁੱਖ ਉਦੋਂ ਖਤਮ ਹੋਇਆ ਜਦ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਪਈ। ਪਰਮਾਤਮਾ ਨੂੰ ਮਿਲ ਕੇ ਹੀ ਜੰਮਣ ਮਰਨ ਦਾ ਦੁੱਖ ਖਤਮ ਹੁੰਦਾ। ਅਤੇ ਪਰਮਾਤਮਾ ਨਾਲ ਮਿਲਾਂਗੇ ਕਿਵੇਂ? ਸ਼ਬਦ ਮਿਲਾਵਾ ਹੋਏ। ਪਰਮਾਤਮਾ ਦਾ ਨਾਮ ਹੀ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਆਹ ਨਾਮ ਹੈ ਬਸ। ਨਾਮ ਬਾਣੀ ਨੇ ਹੀ ਸਾਨੂੰ ਪਰਮਾਤਮਾ ਨਾਲ ਮਿਲਾਉਣਾ ਹੈ। ਨਾਮ ਬਾਣੀ ਹੀ ਸਾਨੂੰ ਸੋਝੀ ਦਿੰਦੀ ਹੈ ਜੀਵਨ ਕਿਵੇਂ ਜਿਉਣਾ ਹੈ। ਨਹੀਂ ਤਾਂ ਜੀਵਨ ਜਾਚ ਹੀ ਨਹੀਂ ਆਉਂਦੀ। ਮਨੁੱਖ ਵਿਚਾਰੇ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਜੋ ਕਰਮ ਕਰ ਰਹੇ ਠੀਕ ਨੇ ਕਿ ਗਲਤ ਨੇ, ਉਹੀ ਨਹੀਂ ਪਤਾ ਉਹਨੂੰ। ਇਹ ਨਹੀਂ ਪਤਾ ਹੁੰਦਾ। ਜਿਹੜੇ ਹੁਣ ਸਤਸੰਗੀ ਨੇ ਇਹਨਾਂ 'ਚ ਪਹਿਲਾਂ ਕਈ ਸ਼ਰਾਬ ਪੀਂਦੇ ਹੋਣਗੇ। ਜਦੋਂ ਉਹਨਾਂ ਨੇ ਸਤਸੰਗ ਜਿੰਨਾ ਚਿਰ ਨਹੀਂ ਕੀਤੀ, ਗੁਰੂ ਦੀ ਸੰਗਤ ਨਹੀਂ ਕੀਤੀ, ਉਹਨਾਂ ਨੂੰ ਇਹੀ ਨਹੀਂ ਪਤਾ ਲੱਗਾ ਕਿ ਸ਼ਰਾਬ ਪੀਣੀ ਠੀਕ ਹੈ ਕਿ ਗਲਤ ਹੈ। ਪਤਾ ਲੱਗਿਆ? ਉਹ ਤਾਂ ਜਦੋਂ ਸਤ ਸੰਗਤ ਕੀਤੀ, ਗੁਰੂ ਨੇ ਜੀਵਨ ਜਾਚ ਦੱਸੇ ਅਤੇ ਗੁਰੂ ਨੇ ਕਿਹਾ ਵੀ ਨਹੀਂ ਭਾਈ, ਨਸ਼ੇ ਨਹੀਂ ਕਰੀ ਦਿੰਦੇ। ਇਸ ਨੰਬਰ ਇੱਕ ਸਿਹਤ ਖਰਾਬ ਹੁੰਦੀ ਹੈ, ਇੱਕ ਧਨ ਦੀ ਬਰਬਾਦੀ ਹੁੰਦੀ ਹੈ, ਇੱਕ ਜਿਹੜਾ ਸਮਾਜਿਕ ਤੌਰ 'ਤੇ ਬੰਦਾ ਗਿਰ ਜਾਂਦਾ ਹੈ। ਨਸ਼ਈ ਦਾ ਕੋਈ ਆਦਰ ਮਾਣ ਨਹੀਂ ਕਰਿਆ ਕਰਦਾ ਕੋਈ। ਗੁਰੂ ਨੂੰ ਮਿਲ ਕੇ ਸੋਝੀ ਆਉਂਦੀ ਹੈ। ਨਹੀਂ ਤਾਂ ਬੰਦੇ ਨੂੰ ਇਹੀ ਨਹੀਂ ਪਤਾ ਲੱਗਦਾ ਮੈਂ ਜੋ ਕਰ ਰਿਹਾ ਕਿ ਠੀਕ ਕਰ ਰਿਹਾ ਹਾਂ। ਜਿੰਨਾ ਚਿਰ ਸੋਝੀ ਨਹੀਂ ਸੀ ਸਾਡੇ ਰਿਸ਼ਤੇਦਾਰਾਂ ਨੂੰ, ਜਾਣਾ ਭਾਵੇਂ ਹੱਸਦੇ ਹੀ ਕਹਿੰਦੇ ਸੀ, ਆਓ ਬਈ ਘਾਹ ਖਾਣਿਓ, ਆਓ ਬਈ ਦਾਲ ਪੀਣਿਓ। ਸਮਾਂ ਆਇਆ ਉਹਨਾਂ 'ਚ ਕੁਝ ਘਾਹ ਖਾਣ ਲੱਗੇ, ਕੁਝ ਦਾਲ ਪੀਣ ਲੱਗੇ। ਮੈਂ ਵੀ ਹੁਣ ਤੁਸੀਂ ਕਿਉਂ ਘਾਹ ਖਾਣ ਲੱਗੇ, ਤੁਸੀਂ ਕਿਉਂ ਦਾਲ ਪੀਣ ਲੱਗੇ? ਕਹਿੰਦੇ ਹੁਣ ਸੋਝੀ ਆ ਗਈ। ਇਸ ਲਈ ਕਈ ਵਾਰੀ ਮਨੁੱਖ ਨੂੰ ਪਤਾ ਹੀ ਨਹੀਂ ਹੁੰਦਾ ਉਹ ਜੋ ਕਰ ਰਿਹਾ ਠੀਕ ਹੈ ਕਿ ਗਲਤ ਹੈ। ਉਹ ਵਿਚਾਰੇ ਪਤਾ ਹੀ ਨਹੀਂ ਹੁੰਦਾ। ਪਤਾ ਕਰ ਦਾਦਾ ਚੋਰ, ਬਾਪ ਚੋਰ, ਆ ਬੱਚਾ ਚੋਰ। ਉਹਨੂੰ ਇਹ ਪਤਾ ਹੀ ਨਹੀਂ ਕਿ ਚੋਰੀ ਨਹੀਂ ਕਰਨੀ ਚਾਹੀਦੀ। ਨਾ,
ਦਾਦਾ ਵੀ ਕਰ ਰਿਹਾ ਸੀ, ਬਾਪ ਵੀ ਕਰ ਰਿਹਾ ਸੀ, ਉਹ ਵੀ ਕਰ ਰਿਹਾ ਸੀ। ਉਹਦੇ ਲਈ ਚੋਰੀ ਕਰਨਾ ਕੋਈ ਮਾੜਾ ਨਹੀਂ, ਕਿ ਕੋਈ ਗਿਆਨ ਹੀ ਨਹੀਂ ਹੈ, ਕੋਈ ਗਿਆਨ ਹੀ ਨਹੀਂ। ਇਹ ਤਾਂ ਜੀਵਨ ਜਾਚ ਅਤੇ ਗੁਰੂ ਨੂੰ ਮਿਲਣ ਤੋਂ ਬਾਅਦ ਆਉਂਦੇ ਵੀ ਹਾਂ ਜਿਉਣਾ ਕਿਵੇਂ ਹੈ, ਕਿਹਨੂੰ ਜੀਵਨ ਕਹਿੰਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਸ਼ਬਦ ਮਿਲਾਵਾ ਹੋਏ। ਜਿਹੜਾ ਸ਼ਬਦ ਹੈ ਨਾ, ਇਹਦੇ ਨਾਲ ਹੀ ਪਰਮਾਤਮਾ ਨਾਲ ਮੇਲ ਹੁੰਦਾ। ਫਿਰ ਬੰਦਾ ਕੀ ਕਰਦਾ? ਸੱਚ ਖਟਣਾ, ਸੱਚ ਰਾਸ ਹੈ, ਸੱਚੇ ਸੱਚੀ ਸੋਏ। ਸੱਚ ਦੀ ਕਮਾਈ ਕਰਨਾ, ਨਾਮ ਦੀ ਕਮਾਈ ਕਰਨਾ, ਸੱਚ ਰਾਸ ਹੈ। ਪਰਮਾਤਮਾ ਦਾ ਨਾਮ ਹੀ ਅਸਲ ਰਾਸ਼ੀ ਹੈ, ਅਸਲ ਪੂੰਜੀ ਹੈ, ਅਸਲ ਧਨ ਹੈ। ਸੱਚੇ ਸੱਚੀ ਸੋਏ। ਫਿਰ ਜਿਹੜੇ ਸੱਚੇ ਹੋ ਜਾਂਦੇ ਨੇ, ਸਚਿਆਰ ਹੋ ਜਾਂਦੇ ਨੇ ਨਾਮ ਜਪ ਜਪ ਕੇ, ਉਹਨਾਂ ਦੀ ਸੋਏ ਹੁੰਦੀ ਸ਼ੁਭ। ਸੱਚੀ ਦਾ ਮਤਲਬ ਸਦਾ ਰਹਿਣ ਵਾਲੇ, ਉਹਨਾਂ ਦੀ ਫਿਰ ਸਦਾ ਰਹਿਣ ਵਾਲੀ ਵਡਿਆਈ ਹੋ ਜਾਂਦੀ ਹੈ, ਸਦਾ ਲਈ ਜਿਉਂਦੇ ਰਹਿੰਦੇ ਨੇ। ਉਹਨੂੰ ਕਹਿੰਦਾ ਅਮਰ ਹੋ ਜਾਣਾ। ਸੱਚ ਮਿਲੇ ਸੇ ਨਾ ਵਿਛੜੇ। ਸੱਚ ਪਰਮਾਤਮਾ ਨਾਲ, ਜਿਹੜੇ ਪਰਮਾਤਮਾ ਨਾਲ ਮਿਲ ਜਾਂਦੇ ਨਾ, ਸੇ ਉਹ ਨਾ ਵਿਛੜੇ। ਉਹ ਫਿਰ ਪਰਮਾਤਮਾ ਤੋਂ ਵਿਛੜਦੇ ਨਹੀਂ। ਨਾਨਕ ਗੁਰਮੁਖ ਹੋਏ, ਅਤੇ ਫਿਰ ਉਹ ਗੁਰਮੁਖ ਹੋ ਜਾਂਦੇ ਹਨ। ਉਹ ਗੁਰਮੁਖ ਹੋ ਜਾਂਦੇ ਨੇ, ਫਿਰ ਉਹ ਪਰਮਾਤਮਾ ਨਾਲ ਮਿਲ ਜਾਂਦੇ ਨੇ, ਫਿਰ ਉਹ ਪਰਮਾਤਮਾ ਤੋਂ ਵਿਛੜਦੇ ਨਹੀਂ, ਵਿਛੋੜਾ ਨਹੀਂ ਹੁੰਦਾ। ਸ਼੍ਰੀ ਰਾਗ ਮਹਿਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਹਿੰਦੀ ਦਾ ਸ਼ਬਦ ਹੈ ਸ੍ਰਿਸ਼ਟੀ, ਸਪੈਲਿੰਗ ਇਹੀ ਨੇ, ਸ੍ਰਿਸ਼ਟੀ। ਗੁਰਬਾਣੀ ਦੇ ਨਿਯਮ ਅਨੁਸਾਰ ਟੈਂਕੇ ਨੂੰ ਸਿਹਾਰੀ ਨਹੀਂ ਬੋਲਦੀ, ਇਸ ਲਈ ਆਪਾਂ ਇਹਨੂੰ ਪੜ੍ਹਾਂਗੇ ਸ੍ਰਿਸ਼ਟ। ਦੂਜਾ ਜਿਹੜਾ ਸੱਸਾ ਹੈ, ਉਹਦੇ ਪੈਰ 'ਚ ਬਿੰਦੀ ਲਾਣੀ। ਜਿਵੇਂ ਵਿਸ਼ਵਾਸ ਬੋਲਦੇ ਆਪਾਂ ਵਿਸ਼ਵਾਸ, ਲਿਖਦੇ ਹਾਂ ਵਿਸ਼ਵਾਸ। ਪਹਿਲੇ ਸੱਸੇ ਦੇ ਪੈਰ 'ਚ ਬਿੰਦੀ, ਦੂਜਾ ਬਿਨਾਂ ਬਿੰਦੀ ਦਾ। ਬੋਲਦੇ ਆਪਾਂ ਨੂੰ ਵਿਸ਼ਵਾਸ, ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ। ਦੋਨਾਂ ਸੱਸਿਆਂ ਦੇ ਪੈਰ 'ਚ ਬਿੰਦੀ ਲਾ ਕੇ ਆਪਾਂ ਬੋਲਦੇ ਹਾਂ, ਪਰ ਜਦੋਂ ਲਿਖਿਆ ਜਾਂਦਾ ਫਿਰ ਲਿਖਦੇ ਵਿਸ਼ਵਾਸ। ਪਹਿਲੇ ਸੱਸੇ ਦੇ ਪੈਰ 'ਚ ਬਿੰਦੀ, ਦੂਜਾ ਬਿਨਾਂ ਬਿੰਦੀ ਤੋਂ ਲਿਖਿਆ ਜਾਂਦਾ। ਇਸੇ ਤਰ੍ਹਾਂ ਹੀ ਇਹ ਹੈ ਸ੍ਰਿਸ਼ਟ। ਦੂਜਾ ਸੱਸਾ ਹੈ, ਇਹਦੇ ਪੈਰ 'ਚ ਬਿੰਦੀ ਲਾਉਣੀ, ਸ੍ਰਿਸ਼ਟੀ ਜਿਹਨੂੰ ਕਹਿੰਦੇ। ਆਪੇ, ਕਿਉਂਕਿ ਗੁਰੂ ਮਹਾਰਾਜ ਵੇਲੇ ਪੈਰਾਂ 'ਚ ਬਿੰਦੀਆਂ ਨਹੀਂ ਸਨ ਹੁੰਦੀਆਂ, ਉੱਤੇ ਅਧਿਕ ਵੀ ਨਹੀਂ ਸੀ ਹੁੰਦੀ। ਪਰ ਦਸਮ ਪਾਤਸ਼ਾਹ ਵੇਲੇ ਪੈਰ 'ਚ ਬਿੰਦੀਆਂ ਵੀ ਲੱਗਦੀਆਂ ਸਨ, ਉੱਤੇ ਅਧਿਕ ਵੀ ਲੱਗਦਾ ਸੀ। ਦਸਮ ਪਾਤਸ਼ਾਹ ਦੀ ਬਾਣੀ ਪੜ੍ਹੋ, ਪੈਰ 'ਚ ਬਿੰਦੀਆਂ ਵੀ ਲੱਗੀਆਂ ਹਨ, ਉੱਤੇ ਅਧਿਕ ਵੀ ਲੱਗੀ ਹੋਈ ਹੈ। ਪਰ ਸਾਰੇ ਗੁਰੂ ਗ੍ਰੰਥ ਦੇ ਵਿੱਚ ਕਿਸੇ ਅੱਖਰ ਦੇ ਪੈਰ 'ਚ ਬਿੰਦੀ ਨਹੀਂ ਲੱਗੀ, ਨਾ ਕਿਸੇ ਉੱਤੇ ਅਧਿਕ ਲੱਗੀ ਹੈ। ਇਹ ਤਾਂ ਅਸੀਂ ਪੜ੍ਹਨ ਵੇਲੇ ਦੇਖਣਾ ਹੈ ਕਿ ਬਿੰਦੀ ਲਾ ਕੇ ਬੋਲਣਾ, ਅਧਿਕ ਲਾ ਕੇ ਬੋਲਣਾ, ਕੀ ਬੋਲਣਾ। ਹੁਣ ਲਿਖਿਆ ਤਾਂ ਹੈ ਮਸਕਤ, ਮਸਕਤ। ਹੁਣ ਤਾਂ ਅਸੀਂ ਦੇਖਣਾ ਕਿ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਤੇ ਇਹਦਾ ਕੀ ਉਚਾਰਨ ਹੈ। ਹਿੰਦੀ ਦਾ ਹੋਏਗਾ ਉਚਾਰਨ ਹੋਰ ਹੋਏਗਾ, ਪੰਜਾਬੀ ਦਾ ਹੋਏਗਾ ਉਚਾਰਨ ਹੋਰ ਹੋਏਗਾ, ਫਾਰਸੀ ਦਾ ਹੋਏਗਾ ਉਚਾਰਨ ਹੋਰ ਹੋਏਗਾ, ਬ੍ਰਿਜ ਭਾਸ਼ਾ ਦਾ ਹੋਏਗਾ ਉਚਾਰਨ ਹੋਰ ਹੋਵੇਗਾ। ਜਦੋਂ ਪਤਾ ਲੱਗੇਗਾ ਕਿ ਜਿਹਨੂੰ ਅਸੀਂ ਮਸਕਤ ਪੜ੍ਹ ਰਹੇ ਹਾਂ, ਇਹ ਤਾਂ ਫਾਰਸੀ ਦਾ ਸ਼ਬਦ ਹੈ, ਅਤੇ ਫਾਰਸੀ ਜਿਹਨੂੰ ਕਹਿੰਦੇ ਨੇ ਮਸ਼ੱਕਤ, ਫਿਰ ਬੰਦਾ ਇਹਨੂੰ ਮਸ਼ੱਕਤ ਬੋਲੇਗਾ। ਸੱਸੇ ਦੇ ਪੈਰ 'ਚ ਬਿੰਦੀ ਵੀ ਲਾਵੇਗਾ ਅਤੇ ਉੱਤੇ ਅਧਿਕ ਲਾ ਕੇ ਵੀ ਬੋਲੇਗਾ। ਮਸ਼ੱਕਤ ਮੈਨੇ ਮਿਹਨਤ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਉਹਨੇ ਬੜੀ ਮਿਹਨਤ ਕੀਤੀ। ਇਹ ਨਾਮ ਜਪਣਾ ਨਾ, ਇਹ ਸੌਖਾ ਨਹੀਂ ਹੈ। ਇਹ ਬੜੀ ਘਾਲਣਾ ਘਾਲਣੀ ਪੈਂਦੀ ਤਾਂ ਕਿਤੇ ਬੰਦਾ ਨਾਮ ਜਪਦਾ। ਇਹ ਔਖਾ ਕੰਮ ਹੈ। ਗੁਰਬਾਣੀ ਦਾ ਸਭ ਤੋਂ ਔਖਾ ਹੀ ਕੰਮ ਨਾਮ ਜਪਣਾ। ਆਖਣ ਔਖਾ, ਸੱਚ ਹੈ। ਹਾਂ, ਕਈ ਚਲਾਣਾ ਔਖਾ ਨਹੀਂ ਹੈ, ਧੁੱਪੇ ਕੰਮ ਕਰਨਾ ਔਖਾ ਨਹੀਂ ਹੈ।
ਇਹ ਨਾਮ ਰਜਾਈ 'ਚ ਬਹਿ ਕੇ ਜਪਣਾ ਵੀ ਔਖਾ ਹੈ। ਇਹ ਹੀਟਰ ਲਾ ਕੇ ਸਰਦੀਆਂ ਜਪਣਾ ਵੀ ਔਖਾ ਹੈ। ਇਹ ਲੋਹੇ ਦੀ ਬੁੱਕਲ ਮਾਰ ਕੇ ਜਪਣਾ ਵੀ ਔਖਾ ਹੈ, ਔਖਾ ਹੈ। ਮਜ਼ਦੂਰੀ ਗਰਮੀਆਂ 'ਚ ਵੀ ਕੀਤੀ ਜਾ ਸਕਦੀ ਹੈ। ਮਜ਼ਦੂਰੀ ਲਈ ਰਜਾਈ ਦੀ ਲੋੜ ਨਹੀਂ, ਠੰਡ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਤੁਸੀਂ ਕਹੋਗੇ ਉਹ ਲੋਕ ਕਿਉਂ ਕਰਦੇ ਨੇ? ਉਹ ਕਹਿੰਦੇ ਇਹਦੇ ਨਾਲ ਪੈਸਾ ਮਿਲਦਾ ਹੈ, ਨਾਮ ਜਪਣਾ ਕੋਈ ਪੈਸਾ ਮਿਲਦਾ। ਨਾਮ ਜਿਹੜੇ ਜਿਨ੍ਹਾਂ ਨੂੰ ਪਾਠ ਦਾ ਪੈਸਾ ਨਹੀਂ ਮਿਲਦਾ, ਉਹ ਕਿਸੇ ਨੂੰ ਕਹਦੇ ਰਾਤੀ 12 ਤੋਂ 2 ਰੌਲ ਲਾਣੇ, 12 ਤੋਂ 2 ਜੀ ਬੜਾ ਔਖਾ ਜੀ, ਹੋਰ ਕਿਸ ਵੇਲੇ ਲਾ ਲਓ ਜੀ। ਅਤੇ ਜੇ ਕਿਸੇ ਔਰਤ ਨੂੰ ਕਹੋ ਤਾਂ ਉਹ ਤਾਂ 100 ਘੜਾ ਪਾਣੀ ਦੇ ਡਿੱਗ ਪਏਗਾ। ਇੱਕ ਬੀਬੀ ਡੀ ਜਿਹਨੂੰ ਅਸੀਂ ਕਹਿੰਦੇ ਹਾਂ, ਦੇਹਰਾਦੂਨ ਨਾਲ ਅਸੀਂ ਨਾ ਹਰਬੰਸ ਕੌਰ ਡੀ ਲਿਖਦੇ ਹਾਂ ਦੇਹਰਾਦੂਨ। ਇੱਕ ਮੈਨੂੰ ਕਹਿੰਦੇ ਡੀ ਕੀ ਹੈ? ਮੈਂ ਤੈਨੂੰ ਪਤਾ ਨਹੀਂ, ਇਹ ਤਾਂ ਬਹੁਤ ਵੱਡੀ ਡਿਗਰੀ ਹੈ। ਹਾਂ, ਇਹ ਸਾਰੀ ਡਿਗਰੀਆਂ ਦੀ ਵੱਡੀ ਡਿਗਰੀ ਹੈ। ਮੈਂ ਇੰਨਾ ਉਹਦੇ ਕੋਲ ਵੱਡੀ ਡਿਗਰੀ ਹੈ। ਇਹ ਹੈ ਰਾਤੀ 12 2 ਕਦੇ ਰਾਤ ਨੂੰ 12 ਤੋਂ 2 ਲਾਉਂਦੇ, 2 ਤੋਂ 4 ਕਦੇ ਤਾਂ ਆ ਜਾਣਗੇ। ਇੰਨੇ ਸਾਲ ਹੋ ਗਏ ਇਹਨਾਂ ਨੂੰ, ਇਹਨਾਂ ਮੈਨੂੰ ਕਦੇ ਵੀ ਨਹੀਂ ਕਿਹਾ ਵੀ ਮੈਂ ਰਾਤ ਨੂੰ ਰੌਲ ਨਹੀਂ ਲਾ ਸਕਦੀ। ਕਿੰਨੀ ਕਿਰਪਾ ਦਾਤੇ ਦੀ। ਇਹ ਬੰਦਿਆਂ ਨੂੰ ਕਹੋ ਚਲੋ ਆ ਜਿਹੜੇ ਪੈਸੇ ਲੈਂਦੇ ਨੇ ਇਹਨਾਂ ਨੂੰ ਕਹੋ ਵੀ ਇੱਕ ਰੌਲ ਇੱਥੇ ਲਾ ਦੇ ਉੱਪਰ। ਕਿੱਥੇ ਜੀ, ਟਾਈਮ ਹੀ ਨਹੀਂ ਹੈ ਜੀ। ਤੁਹਾਨੂੰ 200 ਮਿਲੂਗਾ, ਆ ਜਾਵਾਂਗੇ ਜੀ। 200 ਦਿੰਦੇ ਆ, ਲਵਾ ਲਓ ਜੀ। 12 ਤੋਂ 2 ਲਾ ਲਓ, 2 ਤੋਂ 4 ਲਵਾ ਲਓ। ਉਹ ਜੀ ਕਿੱਥੇ ਅੱਧੀ ਰਾਤ ਨੂੰ, ਕਿੱਥੇ ਇੰਨੀ ਠੰਡ ਜੀ, ਧੁੰਦ 'ਚ ਦਿਸਦਾ ਨਹੀਂ ਹੈ। 200 ਮਿਲੇਗਾ ਮੁਫਤ ਨਹੀਂ। ਅੱਛਾ ਆ ਜਾਵਾਂਗੇ ਜੀ ਔਖੇ ਸੌਖੇ। ਫਿਰ ਹੈ ਦੇਖੋ 1 ਮਿੰਟ 'ਚ ਧੁੰਦ ਵੀ ਖਤਮ, ਠੰਡ ਵੀ ਖਤਮ। ਜਿੱਥੇ ਪੈਸਾ ਮਿਲਦਾ ਬੰਦਾ ਉਹ ਤਾਂ ਅੱਧੀ ਰਾਤ ਨੂੰ ਵੀ ਕੰਮ ਕਰਨ ਨੂੰ ਤਿਆਰ। ਫੈਕਟਰੀਆਂ 'ਚ ਕਰਦੇ ਨੇ ਰਾਤਾਂ ਨੂੰ, ਕਹਿੰਦਾ ਕਿ ਪੈਸੇ ਮਿਲਦੇ ਆ। ਉਹਨੂੰ ਇਹ ਨਹੀਂ ਪਤਾ ਕਮਲਿਆ, ਨਾਮ ਦੇ ਵਿੱਚ ਪਤਾ ਹੀ ਨਹੀਂ, ਢੇਰਾਂ ਦੇ ਢੇਰ ਪੈਸੇ ਨੇ। ਜਿਹਦੇ ਕੋਲੇ ਨਾਮ ਧਨ ਹੁੰਦੇ ਨਾ, ਲੋਕ ਢੇਰਾਂ ਦੇ ਢੇਰ ਮਾਇਆ ਲਾ ਦਿੰਦੇ ਉਹਦੇ ਅੱਗੇ। ਅਜੇ ਤੱਕ ਬੰਦੇ ਨੂੰ ਸਮਝ ਹੀ ਨਾਲ ਰੋਜ਼ ਵੇਖਦਾ, ਰੋਜ਼ ਵੇਖਦਾ। ਇੱਕ ਕਦੇ ਨਹੀਂ 50 ਹਜ਼ਾਰ ਰੁਪਏ ਆ ਕੇ ਮਹਾਂਪੁਰਖਾਂ ਮੱਥਾ ਟੇਕਦੇ ਨੇ। ਮੈਂ ਆਪ ਦੇਖਿਆ 50 ਹਜ਼ਾਰ ਰੁਪਏ ਮੱਥਾ ਟੇਕਦੇ ਨੇ। ਕਿਉਂ? ਉਹਨਾਂ ਕੋਲ ਨਾਮ ਧਨ ਹੈ। ਸਾਨੂੰ ਅੱਖਾਂ ਨਾਲ ਵੇਖ ਕੇ ਵੀ ਨਹੀਂ ਸੋਝੀ ਆਉਂਦੀ ਕਿ ਅਸੀਂ ਆਪ ਗੁਰੂ ਨੂੰ ਭਾਵੇਂ 1 ਰੁਪਈਏ ਮੱਥਾ ਟੇਕ ਦਈਏ, ਮਹਾਂਪੁਰਖਾਂ 10 ਰੁਪਏ ਤੋਂ ਘੱਟ ਕੋਈ ਨਹੀਂ ਮੱਥਾ ਟੇਕਦਾ ਕਦੇ ਦੇ। ਗੁਰਦੁਆਰੇ ਜਾਓ, ਰੁਪਈਆ ਵੀ ਕਈ ਵਾਰੀ ਕਿਤੇ ਕੁਛ ਵੀ ਨਹੀਂ ਟੇਕਦੇ, ਜਾਂ ਰੁਪਈਆ ਵੀ ਟੇਕ ਸਕਦੇ ਨੇ। ਪਰ ਮੈਂ ਕਿਸੇ ਮਹਾਂਪੁਰਖ ਨੂੰ 1 ਰੁਪਈਆ ਟੇਕਦੇ ਨਹੀਂ ਵੇਖਿਆ। ਉਹਨਾਂ ਨੂੰ ਘੱਟ ਤੋਂ 10 ਰੁਪਏ ਮੱਥਾ ਟੇਕਦੇ ਨੇ। ਇਸ ਲਈ ਲੋਕਾਂ ਨੂੰ ਵੇਖ ਕੇ ਵੀ ਨਹੀਂ ਸਮਝ ਆਉਂਦੀ ਕਿ ਨਾਮ ਦੇ ਵਿੱਚ ਕਿਤਨੀ ਤਾਕਤ ਹੈ। ਲੋਕ ਸਰੀਰਾਂ ਨੂੰ ਮੱਥੇ ਨਹੀਂ ਟੇਕਦੇ। ਸੰਤਾਂ ਨਾਲ ਹੋਰ ਬੜੀ ਬੜੀ ਦੁਨੀਆ ਸੋਹਣੀ ਹੁੰਦੀ ਹੈ, ਉਹਨੂੰ ਕੋਈ ਨਹੀਂ ਮੱਥਾ ਟੇਕਦਾ। ਸੰਤ ਕਾਲਾ ਹੋਵੇ ਨਾ ਤਾਂ ਵੀ ਮੱਥਾ ਟੇਕਦੇ। ਸੰਤ ਨੰਗ ਝੜੰਗਾ ਬੈਠਾ ਹੋਵੇ ਤਾਂ ਵੀ ਮੱਥੇ ਟੇਕਦੇ ਨੇ, ਤਾਂ ਟੇਕਦੇ ਨੇ। ਬੀਰਮਦਾਸ ਜੀ ਨੰਗ ਝੜੰਗੇ ਰਹਿੰਦੇ ਸੀ, ਰਾਜੇ ਮਿਲਣ ਆਉਂਦੇ ਸੀ, ਰਾਜੇ ਨਾਲੇ ਗਾਲਾਂ ਖਾਂਦੇ ਸਨ ਉਹਨਾਂ ਤੋਂ। ਹਿਮਾਚਲ ਦਾ ਇੱਕ ਵਾਰੀ ਰਾਜਾ, ਕਿਸੇ ਸਿੱਖ ਨੇ ਦੱਸਿਆ ਸਾਡੇ ਇਲਾਕੇ 'ਚ ਬੀਰਮਦਾਸ ਸਾਧੂ ਨੇ, ਉਹ ਜੋ ਬਚਨ ਬੋਲਦੇ ਨੇ ਸੱਚ ਹੋ ਜਾਂਦਾ। ਕਹਿੰਦੇ ਜੀ ਮੈਨੂੰ ਪੁੱਤਰ ਦੀ ਲੋੜ। ਕਹਿੰਦੇ ਮੇਰੀ ਗੱਲ ਸੁਣ ਲਓ ਜੀ, ਉਹਨਾਂ ਨੇ ਤੁਹਾਨੂੰ ਗਾਲਾਂ ਵੀ ਕੱਢਣੀਆਂ ਨੇ, ਉਹਨਾਂ ਤੋਂ ਡੰਡੇ ਵੀ ਮਾਰਨੇ। 1 ਡੰਡਾ ਮਾਰਿਆ 1 ਪੁੱਤਰ ਮਿਲੂ, 2 ਡੰਡੇ ਮਾਰੇ 2 ਪੁੱਤਰ ਮਿਲਣਗੇ। ਚੁੱਪ ਕਰਕੇ ਗਾਲਾਂ ਵੀ ਸੁਣ ਲੈਣੀਆਂ, ਡੰਡੇ ਵੀ ਖਾ ਲੈਣੇ। ਮਨਜ਼ੂਰ ਹੈ? ਕਹਿੰਦੇ ਮੈਨੂੰ ਮਨਜ਼ੂਰ ਹੈ। ਮਰਦਾ ਕੀ ਨਾ ਕਰਦਾ। ਰਸ ਲੈ ਕੇ ਆ ਗਿਆ ਜੀ। ਜਦੋਂ ਸਰਹੰਦ ਦਾ ਮੁੜਿਆ ਨਾ ਉੱਧਰ ਵਿਦਾਚੀ ਕਲਾ ਨੂੰ, ਮਹਾਂਪੁਰਖ ਕਹਿੰਦੇ ਓਏ ਮੇਰਾ ਡੰਡਾ ਲਿਆਈ, ਇੱਕ ਰਾਜਾ ਨਾ ਪੁੱਤਰ ਮੰਗਣ ਆ ਰਿਹਾ, ਲਿਆਈ ਜਰਾ ਮੇਰਾ ਡੰਡਾ। ਰਾਤ ਆ ਕੇ ਜਿਵੇਂ ਉਹਨੂੰ ਸਮਝਾਇਆ ਸੀ, ਦੂਰ ਰਾਤ ਖੜਾ ਕਰਕੇ ਆ ਰਿਹਾ ਤੁਰਿਆ, ਆ ਕੇ ਮਹਾਂਪੁਰਖਾਂ ਨੂੰ ਟੇਕਿਆ ਮੱਥਾ। ਮਹਾਂਪੁਰਖਾਂ ਨੇ ਨਾਲੇ ਕੱਢੀਆਂ ਗਾਲਾਂ, ਨਾਲੇ 2 ਪਿੱਠ 'ਤੇ ਡੰਡੇ ਮਾਰੇ। ਆ ਗਿਆ ਇੱਥੇ ਪੁੱਤਰ ਲੈਣ ਸਾਡੇ ਕੋਲੋਂ।
ਭੱਜ ਜਾ ਕਹਿੰਦਾ। ਦੂਜੇ ਨੇ ਇਸ਼ਾਰਾ ਕੀਤਾ, ਚਲੋ ਜੀ। ਜਿਹੜਾ ਲੈ ਕੇ ਆ ਤੰਦੂਰ, ਕਹਿੰਦਾ ਬਸ ਹੋ ਗਿਆ ਬਾਹਰ। ਦੋ ਡੰਡੇ ਵੱਜੇ ਨੇ, ਬਸ ਤੁਹਾਡੇ ਦੋ ਪੁੱਤਰ ਨੇ, ਸਮਾਂ ਪਾ ਕੇ ਦੋ ਪੁੱਤਰ ਹੋਏ। ਪੁੱਤਰ ਸਾਧੂ ਤਾਂ ਡੰਡੇ ਵੀ ਖਾ ਰਿਹਾ, ਗਾਲਾਂ ਵੀ ਖਾ ਰਿਹਾ। ਨਾਮ 'ਚ ਇੰਨੀ ਤਾਕਤ ਨਹੀਂ। ਤਾਂ ਹਾਲਾਂਕਿ ਰਾਜਾ ਹੋਵੇ, ਤੂੰ ਮੈਨੂੰ ਕੌਣ ਹੋਏ, ਚੱਕ ਕੇ ਪੁੱਠਾ ਲਟਕਾ ਦੋ ਇਸ ਨੂੰ। ਮੈਨੂੰ ਐਂ ਕਹਿੰਦਾ ਇਹ। ਅੱਖਾਂ ਨਾਲ ਵੇਖਦੇ ਨੇ ਲੋਕ, ਇਤਿਹਾਸ ਪੜ੍ਹਦੇ ਨੇ, ਫਿਰ ਵੀ ਸਮਝ ਨਹੀਂ ਆ ਰਹੇ ਵੀ ਹੈ ਅਸੀਂ ਨਾਮ ਜਪ ਲਈਏ, ਇਹਦਾ ਕੋਈ ਲਾਭ ਉਠਾ ਲਈਏ। ਨਾਮ ਦੇ ਵਿੱਚ ਤਾਂ ਇੰਨੀ ਤਾਕਤ ਹੈ। ਸਾਧੂ ਅਗਲੇ ਰਾਜੇ ਮਹਾਰਾਜੇ ਵੱਡੇ ਵੱਡੇ ਅਮੀਰ ਆ ਕੇ ਝੁਕਦੇ ਨੇ ਜੀ, ਸੁਗਾਤਾਂ ਦਿੰਦੇ ਨੇ, ਮਾਇਆ ਦਿੰਦੇ ਨੇ, ਸੇਵਾ ਪੁੱਛਦੇ ਨੇ, ਕੋਈ ਸੇਵਾ ਦੱਸੋ ਜੀ। ਸੇਵਾ ਪੁੱਛਣਾ ਇਸ ਲਈ ਗੁਰੂ ਮਹਾਰਾਜ ਇਸ ਲਈ ਨਾਮ ਜਪਿਆ ਕਰੋ ਭਾਈ। ਭਾਵੇਂ ਅਸੀਂ ਸਾਧੂ ਨਾ ਬਣ ਸਕੀਏ, ਪਰ ਕਿੱਥੇ ਲਿਖਿਆ ਅਸੀਂ ਨਹੀਂ ਬਣ ਸਕਦੇ ਜੀ। ਉਂਝ ਹੀ ਕਈ ਉਹ ਮੇਰੇ ਭਾਗਾਂ 'ਚ ਕਿੱਥੇ ਜੀ, ਮੇਰੇ ਭਾਗਾਂ 'ਚ ਸਾਧੂ ਹੋਣਾ ਕਿੱਥੇ ਜੀ। ਵੀ ਤੈਨੂੰ ਪਤਾ ਲੱਗ ਗਿਆ ਵੀ ਤੇਰੇ ਭਾਗਾਂ 'ਚ ਨਹੀਂ ਹੈ। ਤੂੰ ਯਤਨ ਤਾਂ ਕਰ, ਯਤਨ ਤਾਂ ਕਰ, ਕਿਉਂਕਿ ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ, ਪਰ ਜੋ ਕੋਸ਼ਿਸ਼ ਕਰਦੇ ਨੇ, ਜੋ ਕੋਸ਼ਿਸ਼ ਕਰੇ ਨਾ, ਪਰਮਾਤਮਾ ਉਹਦੀ ਮਦਦ 'ਤੇ ਆ ਜਾਂਦਾ ਹੈ। ਅੱਗੇ ਕਹਿੰਦੇ ਸ਼੍ਰੀ ਰਾਗ ਮਹਿਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਇਹਨੂੰ ਅਲਖ ਨਹੀਂ ਪੜ੍ਹਨਾ, ਇਹ ਲੱਖ ਦਾ ਵਿਰੋਧੀ ਸ਼ਬਦ ਹੈ। ਇਹਨੂੰ ਅਲਖ ਲੱਲੇ 'ਤੇ ਅਧਿਕ ਲਾ ਕੇ ਵੀ ਨਹੀਂ ਪੜ੍ਹਨਾ। ਉਹ ਤਾਂ ਲੱਖ ਜਿਹੜਾ 100 1000 ਦਾ ਫਿਰ ਵਿਰੋਧੀ ਸ਼ਬਦ ਹੋ ਜਾਏਗਾ ਲੱਖ, ਵੀ ਜਿਹੜਾ ਲੱਖ ਨਹੀਂ ਹੈ ਅਲਖ। ਫਾਰਸੀ 'ਚ ਲੱਲਾ ਖੱਖੇ ਦੇ ਪੈਰ 'ਚ ਬਿੰਦੀ ਹੈ, ਲੱਖ। ਲੱਖ ਜਿਹੜਾ ਜਿਹਨੂੰ ਆਪਾਂ ਵੇਖ ਸਕੀਏ, ਪਰਮਾਤਮਾ ਤੇ ਅਲਖ ਹੈ, ਹੁਣ ਤਾਂ ਦੇਖਿਆ ਹੀ ਨਹੀਂ ਜਾ ਸਕਦਾ। ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਗੁਰਮਤੀ ਸਦ ਮਨ ਵਸਿਆ। ਇਹਨੂੰ ਗੁਰਮਤੀ ਨਹੀਂ ਪੜ੍ਹਨਾ, ਗੁਰੂ ਦੀਆਂ ਮੱਤਾਂ ਰਾਹੀਂ ਨਹੀਂ, ਗੁਰੂ ਦੀ ਮੱਤ ਰਾਹੀਂ। ਹਾਲਾਂਕਿ ਇਹਦੀ ਮੱਤ ਮਾਰੀ ਗਈ ਹੈ, ਇਹ ਨਹੀਂ ਕਹਿੰਦੇ ਮੱਤਾਂ ਮਾਰੀਆਂ ਗਈਆਂ ਨੇ। ਆਪਾਂ ਕੀ ਕਹਿੰਦੇ, ਇਹਦੀ ਮੱਤ ਮਾਰੀ ਗਈ। ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵ ਲਾਏ। ਕਾਰਨ ਹੁੰਦੀ ਹੈ ਸ੍ਰਿਸ਼ਟੀ, ਆਪੇ ਕਾਰਨ ਕਰਤਾ ਕਰੇ। ਕਰਤਾ ਪਰਮਾਤਮਾ ਨੂੰ ਕਹਿੰਦੇ। ਪਰਮਾਤਮਾ ਆਪ ਹੀ ਸ੍ਰਿਸ਼ਟੀ ਬਣਾਉਂਦਾ ਹੈ। ਸ੍ਰਿਸ਼ਟ ਦੇਖਿਆ ਆਪ ਪਾਏ, ਫਿਰ ਆਪ ਹੀ ਸ੍ਰਿਸ਼ਟੀ ਨੂੰ ਬਣਾ ਕੇ ਉਹਨੂੰ ਵੇਖਦਾ ਵੀ ਹੈ, ਉਹਦੀ ਦੇਖਭਾਲ ਵੀ ਕਰਦਾ। ਇਹ ਦੇਖਭਾਲ ਵੀ ਕਰਦਾ। ਪਰਮਾਤਮਾ ਬਹੁਤ ਵਧੀਆ ਮਾਤਾ ਪਿਤਾ। ਮੈਂ ਕਿੰਨੇ ਮਾਂ ਪਿਓ ਨੂੰ ਵੇਖਦਾ, ਜਵਾਕ ਜੰਮ ਦਿੰਦੇ ਨੇ, ਫਿਰ ਉਹਨਾਂ ਦੀ ਪਰਵਾਹ ਨਹੀਂ ਕਰਦੇ। ਜਵਾਕ ਜੰਮ ਤੇ ਬਾਪੂ ਰਾਤ ਨੂੰ ਪੀ ਕੇ ਆ ਰਿਹਾ ਹੈ, ਡਿੱਕ ਡੋਲੇ ਜੇ ਖਾਈ ਜਾਂਦਾ ਹੈ, ਨਾ ਕੋਈ ਬੱਚੇ ਚਿੰਤਾ ਵੀ ਘਰ 'ਚ ਕੋਈ ਚੀਜ਼ ਲੈ ਕੇ ਜਾਣੀ ਹੈ, ਆਪਣੀ ਸ਼ਰਾਬ ਪੀ ਲਈ, ਨਸ਼ੇ ਖਾ ਲਏ। ਬੱਚੇ ਤਾਂ ਜੰਮਤੇ, ਪਰ ਉਹਨਾਂ ਦਾ ਫਿਕਰ ਕੋਈ ਨਹੀਂ ਕਰਦਾ। ਰੱਬ ਨੂੰ ਹਰ ਇੱਕ ਦਾ ਫਿਕਰ ਹੈ, ਉਹ ਵੇਖ ਵੀ ਰਿਹਾ। ਇਹ ਨਹੀਂ ਉਹ ਜੀ ਸ੍ਰਿਸ਼ਟੀ ਪੈਦਾ ਕਰਤੀ ਵੀ ਜਾਓ ਜੀ ਧੱਕੇ ਖਾਈਓ। ਹੁਣ ਜਿਵੇਂ ਚੰਗੇ ਮਾਂ ਪਿਓ ਆਪਣੀ ਔਲਾਦ ਦਾ ਖਿਆਲ ਰੱਖਦੇ ਨੇ, ਐਂ ਪਰਮਾਤਮਾ ਦੇ ਵੀ ਅਸੀਂ ਬੱਚੇ ਹਾਂ, ਪਰਮਾਤਮਾ ਸਾਡਾ ਖਿਆਲ ਰੱਖਦਾ। ਹੁਣ ਤੁਹਾਡਾ ਬੱਚਾ ਤੁਹਾਡੀ ਗੱਲ ਮੰਨੇ ਹੀ ਨਾ, ਦੱਸੋ ਫਿਰ ਤੁਸੀਂ ਕਿਆ ਕਰੋਗੇ, ਕੀ ਕਰੋਗੇ? ਤੁਸੀਂ ਕਹਿੰਦੇ ਰੋਟੀ ਖਾ ਲੈ, ਕਹਿੰਦੇ ਮੈਂ ਨਹੀਂ ਖਾਂਦਾ, ਨਹੀਂ ਖਾਂਦਾ। ਤੂੰ ਕਹਿੰਦਾ ਸਮੋਸੇ ਖਾ ਲੈ, ਨਾ ਮੈਂ ਤਾਂ ਰੋਟੀ ਖਾਊਂ। ਤੂੰ ਕਹਿੰਦਾ ਰੋਟੀ ਖਾ ਲੈ, ਨਾ ਮੈਂ ਤਾਂ ਸਮੋਸੇ ਖਾਊਂ। ਨਹੀਂ ਮੰਨਦੇ। ਤੁਸੀਂ ਕੱਦੂ ਬਣਾ ਕੇ, ਮੈਂ ਨਹੀਂ ਕੱਦੂ ਖਾਂਦਾ।
ਤੁਹਾਨੂੰ ਗਿਆਨ ਨਹੀਂ, ਤੁਸੀਂ ਆਪ ਹੀ ਜਵਾਕਾਂ ਨੂੰ ਵਿਗਾੜ ਲੈਂਦੇ। ਇਹੀ ਸਬਜ਼ੀ ਬਣੀ, ਖਾ ਨਾ ਖਾ ਤੇਰੀ ਮਰਜ਼ੀ। ਮੈਂ ਤੇਰੇ ਲਈ ਤਾਂ 2-2 4-4 ਸਬਜ਼ੀਆਂ ਨਹੀਂ ਬਣਾਉਣੀਆਂ ਵੀ ਇਹਦੇ ਲਈ ਆਹ ਸਬਜ਼ੀ ਬਣਾਵਾਂ, ਉਹਦੇ ਲਈ ਆਹ ਬਣਾਵਾਂ, ਉਹਦੇ ਲਈ ਆਹ ਬਣਾਵਾਂ। ਨਾ ਮੈਂ ਵਾਰੀ ਤੁਹਾਡੀ ਰੋਟੀ ਪਕਾਉਣੀ ਹੈ, ਮੈਂ ਪਕਾਤੀ ਹੈ। ਆ ਮਸ਼ੀਨ ਘਰ 'ਚ ਹੈਗੀ, ਜਦੋਂ ਮਰਜ਼ੀ ਆਪਣੀ ਗਰਮ ਕਰਕੇ ਖਾ ਲਿਓ। ਹੁਣ ਤਾਂ ਸਹੂਲਤ ਨੇ, ਉਹਨੂੰ ਕੀ ਕਹਿੰਦੇ ਆ? ਹਾਂ, ਮਾਈਕ੍ਰੋਵੇਵ ਹੈਗਾ ਆਪਣੀ। ਸਾਡੇ ਲਈ 11 ਵਜੇ ਖਾਓ, 10 ਵਜੇ ਖਾਓ, ਅਸੀਂ ਬਣਾਤੀ ਹੈ। ਇਹੀ ਹੈ, ਖਾਣੀ ਖਾਓ, ਨਹੀਂ ਖਾਣਾ, ਆਪੇ ਟੱਲੀ ਹੋਏ ਵਾਂਗੂ ਹੋ ਜਾਣਗੇ। ਤੁਸੀਂ ਪੁੱਛ ਕਰਕੇ ਉਹਨੂੰ ਵਿਗਾੜ ਲਿਓ, ਫਿਰ ਤੁਹਾਡੇ ਸਿਰ ਚੜ੍ਹ ਜਾਂਦੇ ਨੇ, ਫਿਰ ਨਹੀਂ ਲੈਂਦੇ ਉਹ। ਇਹ ਆਪੇ ਫਾਥੜੀਏ, ਤੈਨੂੰ ਕੌਣ ਛੁਡਾਏ? ਹਾਂ, ਫਿਰ ਨਹੀਂ ਤੁਸੀਂ ਛੁੱਟ ਸਕਦੇ। ਹਾਂ, ਕਿਉਂਕਿ ਤੁਸੀਂ ਆਪ ਹੀ ਫਸ ਗਏ ਹੋ। ਮੈਂ ਕਈ ਵਾਰੀ ਕਹਿਣਾ ਹੁੰਦਾ, ਜਵਾਕ ਜੰਮਣਾ ਹੋਰ ਗੱਲ ਹੈ, ਉਹਨਾਂ ਨੂੰ ਪਾਲਣ ਲਈ ਤਾਂ ਬੜੀ ਜਾਂਚ ਹੋਣੀ ਚਾਹੀਦੀ ਹੈ ਵੀ ਇਹਨੂੰ ਪਾਲਣਾ ਕਿਵੇਂ ਹੈ। ਜੇ ਪਾਲਣਾ ਪੋਸ਼ਣ ਨਹੀਂ ਕਰੇ, ਤੁਹਾਡੇ ਜਵਾਕ ਵਿਗੜ ਜਾਣਗੇ, ਤੁਹਾਡੇ ਲਈ ਸਿਰ ਦਰਦੀ ਹੋ ਜਾਣਗੇ। ਅੱਜ ਦਾ ਬੱਚਾ ਮਾਂ ਪਿਓ ਲਈ ਸਿਰ ਦਰਦੀ ਹੋ ਗਿਆ ਹੈ। ਇਹ ਛੋਟੇ ਚੰਗੇ ਲੱਗਦੇ ਨੇ, ਟੱਪ ਲੈਣ ਦੇਣ +2 ਤੋਂ ਅੱਗੇ, ਫਿਰ ਤੁਹਾਡੀ ਭੂਤ ਨਹੀਂ ਪਲਾਉਣਗੇ ਤੁਹਾਡੀ, ਦੇਖਦੇ ਚੱਲੋ ਤੁਸੀਂ। ਫਿਰ ਕਹੇ ਵੇ ਮਰ ਜਾਣੇ, ਤੂੰ ਨਾ ਜੰਮਦਾ। ਅੱਗੋਂ ਕਹਿੰਦੇ ਮੈਂ ਤੈਨੂੰ ਕਿਹਾ ਸੀ ਜੰਮ। ਫਿਰ ਵਿਚਾਰੀ ਹੋਰ ਦੁਖੀ ਹੁੰਦੀ ਹੈ ਵੀ ਅੱਗੋਂ ਬੋਲਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਪਰਮਾਤਮਾ ਆਪ ਹੀ ਸ੍ਰਿਸ਼ਟੀ ਬਣਾਉਂਦਾ ਹੈ ਅਤੇ ਫਿਰ ਆਪ ਹੀ ਇਸ ਨੂੰ ਬਣਾ ਕੇ, ਉਪਾਏ ਬਣਾ ਕੇ ਵੇਖਦਾ ਹੈ। ਸਭ ਏਕੋ ਏਕ ਵਰਤਦਾ, ਸਭ ਥਾਂ 'ਤੇ ਪਰਮਾਤਮਾ ਹੀ ਵਰਤ ਰਿਹਾ ਹੈ। ਅਲਖ ਨਾ ਲਖਿਆ ਜਾਏ, ਉਹ ਅਦ੍ਰਿਸ਼ਟ ਹੈ, ਉਹ ਵਿਖਾਈ ਨਹੀਂ ਦਿੰਦਾ, ਉਹਨੂੰ ਵੇਖਿਆ ਵੀ ਨਹੀਂ ਜਾ ਸਕਦਾ। ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ। ਪਰਮਾਤਮਾ ਆਪ ਹੀ ਦਿਆਲੂ ਹੈ, ਉਹ ਕਿਰਪਾ ਕਰਕੇ ਮਨੁੱਖ ਨੂੰ ਆਪ ਹੀ ਫਿਰ ਸੋਝੀ ਆਪਣੇ ਬਾਰੇ ਦਿੰਦਾ, ਆਪਣੇ ਬਾਰੇ ਆਪ ਹੀ ਬੁਝਾਉਂਦਾ ਹੈ, ਆਪ ਹੀ ਸੋਝੀ ਦਿੰਦਾ। ਗੁਰਮਤਿ ਸਦ ਮਨ ਵਸਿਆ, ਗੁਰੂ ਦੀ ਮੱਤ 'ਤੇ ਜਦੋਂ ਬੰਦਾ ਚੱਲਦਾ ਨਾ, ਫਿਰ ਪਰਮਾਤਮਾ ਦੇ ਮਨ 'ਚ ਵਸ ਜਾਂਦਾ ਹੈ। ਫਿਰ ਕਹਿੰਦਾ ਸੱਚ ਰਹੇ ਲਿਵ ਲਾਏ, ਫਿਰ ਉਹ ਪਰਮਾਤਮਾ ਦੇ ਨਾਲ ਲਿਵ ਲਾ ਕੇ ਰੱਖਦਾ ਹੈ। ਉਹਦਾ ਸਾਰਾ ਧਿਆਨ ਫਿਰ ਪਰਮਾਤਮਾ ਵੱਲ ਰਹਿੰਦਾ। ਲਿਵ ਰੱਖਣਾ ਮੈਂ ਉਹ ਧਿਆਨ ਉੱਧਰ ਨੂੰ ਹੋ ਜਾਣਾ। ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ, ਇਹਨੂੰ ਰਜ਼ਾਏ ਪੜ੍ਹਨਾ, ਜਜਦ ਪੈਰਜ ਬਿੰਦੀ, ਇਹ ਫਾਰਸੀ ਦਾ ਸ਼ਬਦ ਹੈ। ਰਜ਼ਾਏ ਮੈਨੇ ਰਜ਼ਾ, ਹੁਕਮ, ਭਾਣਾ। ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ, ਮਨ ਤਨ ਸੀਤਲ ਸਭ ਥੀਏ। ਹਿੰਦੀ 'ਚ ਕਹਿੰਦੇ ਨੇ ਸ਼ੀਤਲ, ਪੰਜਾਬੀ 'ਚ ਕਹਿੰਦੇ ਨੇ ਸੀਤਲ। ਇਹ ਤੁਹਾਡੀ ਆਪਣੀ ਮਰਜ਼ੀ ਹੈ, ਇਹਨੂੰ ਸੀਤਲ ਵੀ ਬੋਲ ਸਕਦੇ ਹੋ, ਸ਼ੀਤਲ ਵੀ ਬੋਲ ਸਕਦੇ ਹੋ, ਠੰਡੇ ਤੋਂ ਭਾਵ। ਆਪਾਂ ਕਹਿੰਦੇ ਬੜੀ ਸੀਤ ਲਹਿਰ ਚੱਲ ਰਹੀ ਹੈ, ਹਿੰਦੀ ਵਾਲੇ ਕਹਿੰਦੇ ਬੜੀ ਸ਼ੀਤ ਲਹਿਰ ਚੱਲ ਰਹੀ। ਮਨ ਤਨ ਸੀਤਲ ਸਭ ਥੀਏ, ਨਾਮ ਵਸੈ ਮਨ ਆਏ। ਮਨ ਮੇਰੇ, ਹੇ ਮੇਰੇ ਮਨਾ, ਗੁਰ ਕੀ ਮਨ ਲੈ ਰਜ਼ਾਏ। ਹੇ ਮੇਰੇ ਮਨਾ, ਤੂੰ ਗੁਰੂ ਦੀ ਰਜ਼ਾ ਮੰਨ ਲੈ, ਤੂੰ ਗੁਰੂ ਦੇ ਭਾਣੇ ਨੂੰ ਮੰਨ ਲੈ, ਤੂੰ ਗੁਰੂ ਦੀ ਮਰਜ਼ੀ ਨੂੰ ਮੰਨ ਲੈ, ਤੂੰ ਗੁਰੂ ਦੇ ਹੁਕਮ ਨੂੰ ਮੰਨ ਲੈ। ਫਿਰ ਕੀ ਹੋਏਗਾ? ਮਨ ਤਨ ਸੀਤਲ ਸਭ ਥੀਏ, ਨਾਮ ਵਸੈ ਮਨ ਆਏ। ਜਦ ਤੂੰ ਗੁਰੂ ਦੇ ਭਾਣੇ ਨੂੰ ਮੰਨੇਗਾ ਨਾ, ਨਾਮ ਤੇਰੇ ਮਨ 'ਚ ਆ ਕੇ ਵਸ ਜਾਏਗਾ। ਫਿਰ ਇਸ ਨਾਮ ਨੇ ਕੀ ਕਰਨਾ? ਤੇਰੇ ਮਨ ਅਤੇ ਤਨ ਨੂੰ ਸ਼ਾਂਤ ਕਰ ਦੇਣਾ। ਨਾਮ ਨੇ ਸ਼ਾਂਤੀ ਦੇਣੀ। ਸੋ ਇਸ ਲਈ ਕਹਿੰਦਾ ਤੂੰ ਗੁਰੂ ਦੀ ਗੱਲ ਮੰਨ ਲੈ, ਨਾਮ ਤੇਰੇ ਮਨ 'ਚ ਵਸ ਜਾਏਗਾ, ਫਿਰ ਤੇਰਾ ਮਨ ਅਤੇ ਤਨ ਸੀਤਲ ਹੋ ਜਾਏਗਾ, ਸ਼ਾਂਤ ਹੋ ਜਾਏਗਾ। ਰਹੋ ਜਿਨ ਕਰ ਕਾਰਣ ਧਾਰਿਆ, ਸੋਈ ਸਾਰ ਕਰੇ। ਗੁਰ ਕੈ ਸ਼ਬਦ ਪਛਾਣੀਐ, ਪਛਾਣੀਐ, ਪਛਾਣੀ ਐ ਨਹੀਂ ਪੜ੍ਹਨਾ,
ਕਿਉਂਕਿ ਅਣਾਣੇ ਤੋਂ ਅੱਗੇ ਆੜੇ ਦਲਾਵਾਂ ਲੱਗੀਆਂ, ਉਹ ਦਲਾਵਾਂ ਦਾ ਬਿੰਦੀ ਆਪਣੇ ਆਪ ਬੋਲੀ ਜਾਏਗੀ। ਗੰਗਾ, ñਈਆਂ, ਅਣਾਣਾ, ਨੰਨਾ, ਮੰਮਾ, ਇਹਨਾਂ ਤੋਂ ਜਿਹੜੇ ਅਗਲੇ ਅੱਖਰ ਨੂੰ ਕੰਨਾ ਜਾਂ ਦਲਾਵਾਂ ਜੋ ਵੀ ਲੱਗਾ ਹੁੰਦਾ ਉਹਦੇ ਨਾਲ ਫਿਰ ਬਿੰਦੀ ਲੱਗ ਜਾਂਦੀ ਆਪਣੇ ਆਪ। ਇਸ ਲਈ ਇਹਦਾ ਉਚਾਰਨ ਪਛਾਣੀ ਐ ਨਹੀਂ ਕਰਨਾ। ਹੁਣ ਤਾਂ ਆੜੇ ਦਲਾਵਾਂ ਐ ਹੁੰਦਾ ਨਾ, ਨਹੀਂ, ਉਹ ਤੋਂ ਪਹਿਲਾਂ ਅਣਾਣਾ ਹੈ, ਇਸ ਲਈ ਇਹਨੂੰ ਐ ਨਹੀਂ ਪੜ੍ਹਨਾ, ਐਂ ਪੜ੍ਹਨਾ ਬਿੰਦੀ ਲਾ ਕੇ। ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਜ਼ਰ ਕਰੇ, ਸੇ ਜਨ ਸ਼ਬਦੇ ਸੋਹਣੇ ਤਿਤ ਸੱਚੈ ਦਰਬਾਰ। ਗੁਰਮੁਖ ਸੱਚੈ ਸ਼ਬਦ ਰਤੇ, ਆਪ ਮੇਲੇ ਕਰਤਾਰ। ਜਿਨ ਇੱਕ ਵਚਨ, ਜਿਨ ਜਿਸ ਨੇ, ਭਾਵ ਜਿਸ ਪਰਮਾਤਮਾ ਨੇ ਕਰ ਕਾਰਨ ਧਾਰਿਆ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਬਣਾ ਕੇ ਉਹਨੂੰ ਟਿਕਾਇਆ ਹੋਇਆ, ਧਾਰਨ ਕਰਨਾ, ਉਹਨੂੰ ਆਸਰਾ ਦੇਣਾ। ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਇਹ ਕਿਸੇ ਦੇ ਆਸਰੇ ਨਹੀਂ ਖੜੀ, ਕਿ ਪਰਮਾਤਮਾ ਦੇ ਆਸਰੇ ਖੜੀ ਹੈ। ਪਹਿਲਾਂ ਕਹੇ ਧਰਤੀ ਜਿਹੜੀ ਹੈ ਜੀ ਬਲਦ ਦੇ ਆਸਰੇ ਖੜੀ ਹੈ, ਅਤੇ ਗੁਰੂ ਨਾਨਕ ਦੇਵ ਕਹਿੰਦੇ ਜੇ ਬਲਦ ਦੇ ਆਸਰੇ ਖੜੀ ਤਾਂ ਬਲਦ ਕਾਹਦੇ ਆਸਰੇ ਖੜਾ ਹੈ? ਜੇ ਧਰਤੀ ਦੇ ਹੇਠਾਂ ਬਲਦ ਹੈ ਤਾਂ ਬਲਦ ਦੇ ਹੇਠਾਂ ਫਿਰ ਕੌਣ ਹੈ? ਉਹਦੇ ਹੇਠਾਂ ਫਿਰ ਕੌਣ ਹੈ? ਕਿ ਨਹੀਂ, ਧਰਤੀ ਪਰਮਾਤਮਾ ਨੇ ਬਣਾਈ ਹੈ, ਇਹ ਪਰਮਾਤਮਾ ਦੇ ਆਸਰੇ ਖੜੀ ਹੈ। ਅਤੇ ਪਰਮਾਤਮਾ ਬਹੁਤ ਵੱਡਾ ਸਾਇੰਸਦਾਨ ਹੈ। ਪਰਮਾਤਮਾ ਨੂੰ ਪਤਾ ਸੀ ਕੋਈ ਵੀ ਘੁੰਮਦੀ ਹੋਈ ਚੀਜ਼ ਹੇਠਾਂ ਨਹੀਂ ਡਿੱਗਿਆ ਕਰਦੀ, ਕੋਈ ਘੁੰਮਦੀ ਹੋਈ ਚੀਜ਼ ਹੇਠਾਂ ਨਹੀਂ ਡਿੱਗਦੀ। ਇਸ ਲਈ ਉਹਨੇ ਜੋ ਸਭ ਕੁਝ ਘੁੰਮਣ ਲਾਤਾ, ਧਰਤੀ ਘੁੰਮਣ ਲਾਤੀ, ਚੰਨ ਘੁੰਮਣ ਲਾਤਾ, ਸੂਰਜ ਘੁੰਮਣ ਲਾਤਾ, ਤਾਰੇ ਘੁੰਮਣ ਲਾਤੇ, ਗ੍ਰਹਿ ਘੁੰਮਣ ਲਾਤੇ, ਸਭ ਘੁੰਮਣ ਲਾਤਾ। ਇਸ ਲਈ ਡਿੱਗ ਨਹੀਂ ਰਹੇ ਹੇਠਾਂ, ਇਹਦੇ ਡਿੱਗ ਨਹੀਂ ਰਹੇ। ਰੱਬੀ ਸ਼ਕਤੀ ਦੇ ਆਸਰੇ ਸਾਰੀ ਚੀਜ਼ਾਂ ਖੜੀਆਂ ਹਨ। ਜਿਸ ਨੇ ਸ੍ਰਿਸ਼ਟੀ ਬਣਾਈ, ਜਿਸ ਨੇ ਸ੍ਰਿਸ਼ਟੀ ਨੂੰ ਟਿਕਾਇਆ ਹੋਇਆ ਹੈ, ਸੋਈ ਸਾਰ ਕਰੇ, ਉਹੀ ਸ੍ਰਿਸ਼ਟੀ ਦੀ ਸਾਂਭ ਸੰਭਾਲ ਕਰਦਾ ਹੈ। ਕਿਉਂਕਿ ਉਹਨੇ ਬਣਾਇਆ ਅਤੇ ਜ਼ਿੰਮੇਵਾਰੀ ਵੀ ਤਾਂ ਉਹਦੀ ਹੈ। ਤੁਸੀਂ ਜਵਾਕ ਜੰਮੇ ਨੇ, ਉਹਨਾਂ ਨੂੰ ਪਾਲਣਾ ਤੁਹਾਡੀ ਜ਼ਿੰਮੇਵਾਰੀ, ਨਾ ਕਿ ਗੁਆਂਢੀਆਂ ਦੀ ਹੈ। ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਵਿਆਹੁਣਾ ਵੀ ਤੁਹਾਡੀ ਜ਼ਿੰਮੇਵਾਰੀ, ਨਾ ਕਿ ਤੁਹਾਡੇ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਹੈ। ਜੇ ਕੋਈ ਉਹ ਜੀ ਮੇਰੇ ਤਾਂ 5-6 ਜਵਾਕ ਹੋ ਗਏ ਜੀ, ਮੇਰੀ ਸਹਾਇਤਾ ਕਰੋ, ਵਿਆਹ ਕੇ ਵਾਲਾ ਕੇ ਸਾਡੇ ਤੋਂ ਪੁੱਛ ਕੇ ਜੰਮੇ ਨੇ, ਨਾ ਜੰਮਦਾ। ਤੇ ਨਹੀਂ ਸੀ ਪਤਾ ਵੀ ਮੈਂ ਗਰੀਬ ਹਾਂ, ਮੈਂ ਇਹਨੇ ਜਵਾਕ ਨਾ ਜੰਮਾਂ। ਤੂੰ ਆਪਣਾ ਵੇਖ ਕੇ ਜੰਮਣਾ ਸੀ। ਮੰਨ ਲਓ ਮੇਰੇ ਕੋਲ ਕੱਪੜਾ 5 ਗਜ਼ ਹੈ, ਮੇਰਾ ਕੱਦ 6 ਫੁੱਟ ਹੈ, 5 ਫੁੱਟ ਕੱਪੜਾ ਮੇਰੇ ਕੋਲ, ਚਾਦਰ, ਕੱਦ ਮੇਰਾ 6 ਫੁੱਟ ਹੈ। ਜੇ ਮੈਂ ਲੱਤਾਂ ਸਿੱਧੀਆਂ ਕਰਦਾ, ਉਹ ਚਾਦਰ ਉੱਤੇ ਨਹੀਂ ਆਵੇਗੀ। ਚਾਦਰ ਨੂੰ ਉੱਤੇ ਲੈ ਲਈ ਮੈਨੂੰ ਲੱਤਾਂ ਇਕੱਠੀਆਂ ਕਰਨੀਆਂ ਪੈਣਗੀਆਂ, ਤਾਂ ਚਾਦਰ ਆਊਗੀ। ਇਹਨੂੰ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਚਾਦਰ 5 ਫੁੱਟ ਹੈ, ਪੈਰ ਪਸਾਰ ਕੇ 6 ਫੁੱਟ ਦਾ ਹੋ ਗਿਆ ਬੰਦਾ। ਦੱਸ, ਜੇ ਪੈਰ ਢੱਕਦਾ ਤਾਂ ਮੂੰਹ ਨੰਗਾ ਰਹਿੰਦਾ, ਮੂੰਹ ਢੱਕਦਾ ਪੈਰ ਨੰਗੇ ਰਹਿੰਦੇ। ਫਿਰ ਸਿਆਣਪ ਕੀ ਹੈ? ਪੈਰ ਇਕੱਠੇ ਕਰ ਲਓ। ਸਿਆਣਪ ਕੀ? ਆਪਣਾ ਖਰਚਾ ਘਟਾ ਲਓ। ਜਦੋਂ ਆਮਦਨ ਥੋੜ੍ਹੀ ਹੈ ਤਾਂ ਫਿਰ ਖਰਚਾ ਘਟਾਓ। ਸਾਡਾ ਜੀ ਕਰਜ਼ਾ ਨਹੀਂ ਉਤਰਦਾ, ਆ ਜਾਣਗੇ ਬੀਬੀ ਮੈਂ ਤੁਹਾਡਾ ਕਰਜ਼ਾ ਉਤਾਰ, ਮੇਰੇ ਤੋਂ ਪੁੱਛ ਕੇ ਕਰਜ਼ਾ ਲਿਆ ਸੀ। ਜੇ ਤਾਂ ਮੇਰੇ ਤੋਂ ਪੁੱਛ ਕੇ ਲਿਆ, ਮੈਂ ਕਿਹਾ ਹਾਂ ਜੀ ਲੈ ਲਓ ਕਰਜ਼ਾ। ਫਿਰ ਤੁਸੀਂ ਕਹਿੰਦੇ ਬਾਬਾ ਜੀ ਤੁਸੀਂ ਕਿਹਾ ਸੀ ਲੈ ਲਓ ਕਰਜ਼ਾ, ਸਾਡਾ ਉਤਰਦਾ ਨਹੀਂ। ਕਰਜ਼ਾ ਲੈਣ ਵੇਲੇ ਤਾਂ ਮੈਨੂੰ ਨਹੀਂ ਪੁੱਛਿਆ, ਹੁਣ ਉਤਰਦਾ ਨਹੀਂ, ਹੁਣ ਮੇਰੇ ਕੋਲ ਆ ਕੇ। ਮੈਂ ਜਿਵੇਂ ਕੋਈ ਚੋਰ ਚੋਰੀ ਕਰਨ ਲਈ ਤਾਂ ਮੇਰੇ ਤੋਂ ਪੁੱਛੇ ਨਾ, ਅਤੇ ਜਦੋਂ ਫੜਿਆ ਜਾਵੇ ਤਾਂ ਫਿਰ ਉਹਦੀ ਘਰ ਵਾਲੀ ਆਵੇ ਜੀ, ਉਹ ਛੁੱਟ ਜਾਏ ਜੀ, ਵੀ ਪਹਿਲਾਂ ਪੁੱਛ ਲੈਣਾ ਸੀ। ਹੁਣ 2005 ਸੰਨ ਦੇ ਵਿੱਚ ਮਹਾਂਪੁਰਖਾਂ ਨੇ ਮੇਰੇ 'ਤੇ ਕੀਤੀ ਕਿਰਪਾ। ਮੈਂ ਕੋਈ ਵੀ ਵੱਡਾ ਕੰਮ ਕਰਨਾ ਹੁੰਦਾ, ਮੈਂ ਹਮੇਸ਼ਾ ਪਹਿਲਾਂ ਮਹਾਂਪੁਰਖਾਂ ਨੂੰ ਪੁੱਛਦਾ ਵੀ ਮੈਂ ਇਹ ਕਰ ਲਾਂ ਜੀ, ਜੋ ਨਾ ਕਰਦੇ ਮੈਂ ਨਹੀਂ ਕਰਦਾ। ਮੈਂ 4 ਦਿਨਾਂ ਲਈ ਯੂਪੀ ਗਿਆ, ਇੱਕ ਦਿਨ ਜਾਣ 'ਤੇ ਲੱਗੇ, ਇੱਕ ਦਿਨ ਉਹਦੇ 2 ਰਹੇ। ਉਹ ਕਹਿੰਦੇ ਵੀ ਤੁਸੀਂ ਵੀ ਰਿਟਾਇਰ ਹੋ, ਦੂਜਾ ਭਰਾ ਵੀ ਰਿਟਾਇਰ ਹੈ, ਵੀ ਤੁਸੀਂ ਇੱਕ ਦਿਨ ਹੋਰ ਰਹਿ ਜਾਓ। ਮੈਂ ਤਾਂ ਗੁਰੂ ਨੂੰ ਪੁੱਛਿਆ, ਮੈਂ ਗੁਰੂ ਨੂੰ ਪੁੱਛ ਕੇ ਆਇਆ ਸੀ ਉਦੋਂ ਵੀ ਮੈਂ ਚਲਿਆ ਜੀ ਯੂਪੀ। ਉਹ ਕਿ ਚਲੇ ਜਾ। ਮੈਂ ਜੀ ਵੀ ਠੀਕ, ਰਾਜੀ ਖੁਸ਼ੀ ਵਾਪਸ ਆ ਜਾਵਾਂਗਾ।
ਆ ਗਿਆ, ਆ ਜਾਏਗਾ। ਮੈਂ ਤਾਂ ਜੇ ਗੁਰੂ ਮਹਾਰਾਜ ਕਹਿਣਗੇ ਰਹਿ ਲੈ, ਮੈਂ ਰਹਿ ਲਾਂਗਾ। ਮੈਂ ਕਿਹੜਾ ਉੱਥੇ ਜਾ ਕੇ ਕੁਛ ਕਰਨਾ। ਮੈਂ ਹੁਕਮਨਾਮਾ ਲਿਆ, ਗੁਰੂ ਮਹਾਰਾਜ ਕਹਿ ਨਹੀਂ ਰਹਿਣਾ, ਬਸ ਸਵੇਰੇ ਚਲੋ ਵਾਪਸ। ਮੈਂ ਨਾ ਜੀ, ਮੈਂ ਨਹੀਂ ਰਹਿ ਸਕਦਾ, ਮੈਂ ਤਾਂ ਵਾਪਸ ਜਾਊਂਗਾ। ਜਦੋਂ ਉਹਨਾਂ ਹੁਣ ਮੈਨੂੰ ਵਰ ਦਿੱਤਾ, ਮੈਂ ਫਿਰ ਕਿਉਂ ਮੂਰਖਤਾ ਕਰਾਂ। ਅਲੱਗ ਯਾਰ, ਤੈਨੂੰ ਤਾਂ ਮੈਂ ਇਹ ਵਰ ਦਿੱਤਾ ਗੁਣ, ਤੂੰ ਤਾਂ ਪੁੱਛ ਲੈਂਦਾ। ਚੱਲ ਲੋਕਾਂ ਨੂੰ ਤਾਂ ਨਹੀਂ ਪਤਾ, ਤੂੰ ਤਾਂ ਪੁੱਛ ਲੈਂਦਾ, ਤੂੰ ਕਿਉਂ ਕੀਤਾ ਐਵੇਂ। ਰੋਜ਼ ਦੇ ਕੰਮਾਂ 'ਚ ਤਾਂ ਨਹੀਂ ਮੈਂ ਕਦੇ ਪੁੱਛਿਆ ਐਵੇਂ ਮੈਂ ਕਹਾਂ, ਪਰ ਜੋ ਇਸ ਤਰ੍ਹਾਂ ਦੇ ਕੋਈ ਹੁੰਦੇ ਨੇ, ਕੋਈ ਜ਼ਰੂਰੀ ਕੰਮ ਕਰਨਾ, ਵੀ ਆਹ ਕਰਨਾ, ਮੈਂ ਆਹ ਕਰਨਾ, ਮੈਂ ਹਮੇਸ਼ਾ ਹੁਕਮਨਾਮਾ ਲੈਣਾ। ਯੈਸ ਆਉਂਦੀ ਹੈ ਮੈਂ ਕਰਦਾ, ਨਹੀਂ ਤਾਂ ਮੈਂ ਨਹੀਂ ਕਰਦਾ। ਭੈਣ ਨੂੰ ਕਿੰਨਾ ਸੀ ਵੀ 11 ਸਾਲਾਂ ਬਾਅਦ ਮੇਰਾ ਭਰਾ ਮੈਨੂੰ ਮਿਲਣ ਆਇਆ, ਵੀ ਚੱਲ 2-4 ਦਿਨ ਰਹਿ ਜੇ, ਵਿਹਲੇ ਹੀ ਉੱਥੇ। ਉਹਦੀ ਗੱਲ ਵੀ ਠੀਕ ਸੀ ਵੀ ਫਿਰ ਪਤਾ ਨਹੀਂ ਕਦੋਂ ਆਉਣਾ। ਇਹ ਵੀ ਗੱਲ ਉਹਦੀ ਠੀਕ ਹੈ, ਫਿਰ ਪਤਾ ਨਹੀਂ ਕਦੋਂ ਆਉਣਾ। ਮੈਨੂੰ ਤਾਂ ਭਾਈ ਹੁਕਮ ਹੀ ਨਹੀਂ ਮਿਲਿਆ, ਆਗੇ ਹੀ ਨਹੀਂ ਮਿਲੀ, ਇਸ ਲਈ ਮੈਂ ਨਹੀਂ ਰਹਿ। ਮੈਂ ਆ ਗਿਆ, ਨਾਲ ਮੇਰੇ ਗਏ ਸਨ, ਹਾਲਾਂਕਿ ਉਹ ਵੀ ਰਹਿਣ ਨੂੰ ਤਿਆਰ ਸਨ। ਆ ਗਏ ਅਸੀਂ ਵੀ, ਜੇ ਆਗੇ ਹੀ ਨਹੀਂ ਮਿਲੀ ਫਿਰ ਕਿਆ ਫਾਇਦਾ। ਮੈਂ ਤਾਂ ਜਿਹੜਾ ਫਿਰ ਗੁਰੂ ਮਹਾਰਾਜ ਕਹੇ, ਅਸੀਂ ਜੇ ਤੈਨੂੰ ਆਗੇ ਨਹੀਂ ਸੀ, ਤੂੰ ਕਿਉਂ ਰਿਹਾ। ਇਸ ਲਈ ਜਦੋਂ ਕੋਈ ਕੰਮ ਕਰਨਾ ਬਾਣੀ ਤੋਂ ਪੁੱਛ ਲਓ। ਮੈਂ ਚੋਰੀ ਕਰ ਲਾਂ ਜੀ, ਬਾਣੀ ਕਹਿ ਕੇ ਨਹੀਂ ਕਰਨੀ। ਮੈਂ ਘੁੱਟ ਪੀ ਲਾ, ਬਾਣੀ ਕਹੇ ਨਹੀਂ ਪੀਣੀ। ਜੀ ਮੈਂ ਰਿਸ਼ਵਤ ਲੈ ਲਾ, ਬਾਣੀ ਕਹੇ ਨਹੀਂ ਲੈਣੀ। ਕਹੇ ਬਾਣੀ ਦੱਸੇਗੀ। ਕਿਹੜਾ ਪੁੱਛਦਾ ਅਤੇ ਫਿਰ ਅਗਲੇ ਪੁੱਛਣ ਵਾਲੇ ਵੀ ਆ ਜਾਂਦੇ, ਕੋਈ ਦੱਸ ਦਿਆ ਤੈਨੂੰ। ਸਾਡਾ ਸਭ ਤੋਂ ਵੱਡਾ ਅਫਸਰ ਪੁਲਿਸ ਦਾ ਫਿਰਦਾ ਭੱਜਿਆ ਹੁਣ, ਵੀ ਕਿਤੇ ਬਾਰ-ਬਾਰ ਹੀ ਮੇਰੀ ਜ਼ਮਾਨਤ ਹੋ ਜਾਏ। ਪੁਲਿਸ ਦਾ, ਪੰਜਾਬ ਦਾ ਸਭ ਤੋਂ ਵੱਡੇ ਅਫਸਰ ਦੇ ਮੁਕੱਦਮਾ ਚੱਲ ਪਿਆ। ਜਦੋਂ ਬੰਦੇ ਕੋਲ ਰਾਜ ਭਗਦਾ, ਉਹ ਕਹਿੰਦੇ ਮੈਨੂੰ ਕਿਹਨੇ ਪੁੱਛਣਾ। ਇਹ ਨਹੀਂ ਪਤਾ ਪੁੱਛਣ ਵਾਲੇ ਵੀ ਆ ਜਾਂਦੇ ਨੇ, ਇਸ ਭੁਲੇਖੇ 'ਚ ਨਹੀਂ ਰਹਿਣਾ। ਐਡਾ ਵੱਡਾ ਅਫਸਰ ਅਤੇ ਉਹਦੀ FIR ਇੱਕ ਥਾਣੇਦਾਰ ਲਿਖ ਰਿਹਾ ਹੈ। ਕਿਉਂ? ਉਹ ਥਾਣੇਦਾਰ ਜਿਹੜਾ ਐਡਾ ਵੱਡਾ ਅਫਸਰ ਆਵੇ, ਅੱਗੇ ਪਿੱਛੇ ਸੂਟ ਮਾਰੇ ਖੜਾ ਹੋਇਆ ਹੈ। ਹੁਣ ਉਹਦੇ ਅੱਗੇ ਉਹ ਆਇਆ। ਕਿੰਨਾ ਮੈਂ ਇਹ ਲੋਕ ਸਮਝਦੇ ਸੀ, ਲੈ ਸਾਨੂੰ ਕਿੰਨੇ ਪੁੱਛਣਾ। ਜ਼ਿੰਦਗੀ 'ਚ ਇਸ ਭੁਲੇਖੇ 'ਚ ਨਹੀਂ ਰਹਿਣਾ ਵੀ ਸਾਨੂੰ ਕਿੰਨੇ ਪੁੱਛਣਾ। ਆ ਜਾਂਦੇ ਨੇ ਪੁੱਛਣ ਵਾਲੇ ਵੀ। ਅਖੀਰ 'ਤੇ ਗੁਰੂ ਮਹਾਰਾਜ ਕਹਿੰਦੇ, ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਜਿਹਨੇ ਸ੍ਰਿਸ਼ਟੀ ਬਣਾਈ ਹੈ ਸਾਂਭ ਸੰਭਾਲ ਵੀ ਉਹੀ ਕਰਦਾ। ਗੁਰ ਕੈ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ। ਜਦੋਂ ਪਰਮਾਤਮਾ ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ ਨਾ, ਫਿਰ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦਾ ਪਤਾ ਲੱਗ ਜਾਂਦਾ, ਉਹਦੀ ਪਹਿਚਾਣ ਆ ਜਾਂਦੀ ਹੈ। ਗੁਰੂ ਕਿਰਪਾ, ਪਰਮਾਤਮਾ ਕਿਰਪਾ ਕਰਦਾ ਹੈ, ਕਿਰਪਾ ਦ੍ਰਿਸ਼ਟੀ ਕਰਦਾ ਹੈ। ਫਿਰ ਮਨੁੱਖ ਗੁਰੂ ਦਾ ਸ਼ਬਦ ਦਾ ਜਾਪ ਕਰਦਾ ਹੈ, ਫਿਰ ਹੌਲੀ ਹੌਲੀ ਉਸਨੂੰ ਪਰਮਾਤਮਾ ਬਾਰੇ ਪਤਾ ਲੱਗ ਜਾਂਦਾ ਹੈ। ਸੇ ਜਨ ਸ਼ਬਦੇ ਸੋਹਣੇ ਤਿਤ ਸੱਚਾ ਦਰਬਾਰ। ਉਹ ਵਿਅਕਤੀ ਨਾਮ ਦੇ ਨਾਲ ਸੋਹਣੇ ਹੋ ਜਾਂਦੇ ਨੇ। ਸੋਹਣੇ ਤਾਂ ਭਾਵ ਸ਼ਕਲ ਸੂਰਤ ਤੋਂ ਨਹੀਂ। ਇੰਗਲਿਸ਼ ਵਾਲੇ ਕਹਿੰਦੇ ਹੈਂਡਸਮ ਇਜ਼ ਹੀ ਹੂ ਹੈਂਡਸਮ ਡਜ਼। ਸੋਹਣਾ ਉਹ ਹੈ ਜਿਹੜਾ ਸੋਹਣੇ ਕੰਮ ਕਰਦਾ। ਇਸ ਲਈ ਸੋਹਣਾ ਚੰਗੇ ਕੰਮ ਕਰਨ ਵਾਲੇ ਨੂੰ ਕਹਿੰਦੇ ਨੇ। ਜਿਹੜੇ ਬਾਹਰਲੇ ਸੁੰਦਰਤਾ, ਇਹ ਤਾਂ 9 days ਬਿਊਟੀ ਹੈ, ਇਹ ਤਾਂ 9 days ਵੰਡਰ ਹੈ। ਇਹ 9 ਦਿਨਾਂ ਦੀ ਹੈ। ਨੂੰ ਆਈ ਹੈ ਸੋਹਣੀ ਸੁਨੱਖੀ, 9 ਦਿਨ ਹੀ ਪਿਆਰੀ ਹੈ। 10ਵੇਂ ਦਿਨ ਸੱਸ ਨੇ ਕਿਹਾ ਰੋਟੀ ਪਕਾਈ, ਕਹਿੰਦੇ ਮੇਰੇ ਤਾਂ ਪਕਾਉਣੀ ਨਹੀਂ ਆਉਂਦੀ, ਮੈਨੂੰ ਤਾਂ ਪਕਾਉਣੀ ਨਹੀਂ ਆਉਂਦੀ। ਉਹ ਜਿਹੜੀ ਬਿਊਟੀ ਸੀ ਸਾਰੀ ਖਤਮ ਹੋ ਗਈ। ਇਸ ਲਈ ਕਹਿੰਦੇ ਇਹ ਜਿਹੜੀ ਬਿਊਟੀ ਹੈ 9 days ਬਣ ਰਹੀ ਹੈ, 9 ਦਿਨ ਹੀ ਸੋਹਣੀ ਲੱਗਦੀ ਹੈ। ਅਤੇ ਫਿਰ ਕਹਿੰਦੇ ਨੇ ਕੰਮ ਪਿਆਰਾ ਕਿ ਚੰਮ। ਫਿਰ ਕੰਮ ਹੀ ਪਿਆਰਾ ਲੱਗਦਾ, ਚੰਮ ਥੋੜ੍ਹੀ ਦੇਰ ਹੀ ਪਿਆਰਾ ਲੱਗਦਾ। ਅਤੇ ਫਿਰ ਮੈਂ ਬੇਬੇ ਤੋਂ ਕਹੀ ਆ ਗਈ ਕਾਲੇ ਮੂੰਹ ਵਾਲੀ ਸਾਡੇ ਘਰ ਕੁਲੱਖਣੀ ਆ ਗਈ। ਵੱਡਿਆਂ ਹੋ ਕੇ ਪਤਾ ਲੱਗਿਆ ਹਰ ਕਿਉਂ ਕਹਿੰਦੇ ਹੈ ਤਾਂ ਗੋਰੇ ਮੂੰਹ ਵਾਲੀ ਸੀ। ਅਤੇ ਕਹਿ ਰਹੀ ਸਾਡੀ ਮਾਂ ਕਾਲੇ ਮੂੰਹ ਵਾਲੀ ਕੁਲੱਖਣੀ ਡੈਣ, ਪਤਾ ਨਹੀਂ ਕੀ ਕੁਛ ਵਰਤਦੀ ਸੀ ਵਿਸ਼ੇਸ਼ਣ। ਸੋ ਗੁਰੂ ਮਹਾਰਾਜ ਕਹਿੰਦੇ ਸੇ ਜਨ ਸ਼ਬਦੇ ਸੋਹਣੇ ਤਿਤ ਸੱਚਾ ਦਰਬਾਰ।
ਜਿਹੜੇ ਪਰਮਾਤਮਾ ਦੇ ਸ਼ਬਦ ਨਾਲ ਸੋਹਣੇ ਹੋ ਗਏ ਨਾ, ਉਹੀ ਪਰਮਾਤਮਾ ਦੇ ਦਰ 'ਚ ਵੀ ਸੋਹਣੇ ਲੱਗਦੇ ਨੇ। ਗੁਰਮੁਖ ਸੱਚਾ ਸ਼ਬਦ ਰਤੇ, ਆਪ ਮੇਲੇ ਕਰਤਾਰ। ਗੁਰੂ ਦੇ ਰਾਹੀਂ ਜਿਹੜੇ ਪਰਮਾਤਮਾ ਦੇ ਨਾਮ ਨਾਲ ਰੰਗੇ ਗਏ ਨਾ, ਪਰਮਾਤਮਾ ਉਹਨਾਂ ਨੂੰ ਫਿਰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।